ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਤ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਵਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਬੇਅੰਤ ਕਿਰਪਾ ਰਹਿਮਤ ਹੋਈ ਹੈ ਜੋ ਸ਼ਾਮ ਦੇ ਸਮੇਂ ਆਪਾਂ ਨੂੰ ਸਤਸੰਗ ਘੜੀਆਂ ਬਖਸ਼ੀਆਂ ਹਨ। ਆਓ ਇਤਿਹਾਸ ਦੀ ਕਥਾ ਦਾ ਸਮਾਂ ਹੈ। ਬਹੁਤ ਹੀ ਸਤਿਕਾਰਯੋਗ ਸ੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਉਹਨਾਂ ਦੁਆਰਾ ਰਚਿਤ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ ਜੋ ਕਿ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਹੈ, ਉਸ ਗ੍ਰੰਥ ਦੀ ਲੜੀਵਾਰ ਜੋ ਕਥਾ ਆਪਾਂ ਕੁਝ ਸਮੇਂ ਤੋਂ ਸਰਵਣ ਕਰਦੇ ਆ ਰਹੇ ਹਾਂ। ਦਸਾਂ ਪਾਤਸ਼ਾਹੀਆਂ ਦਾ ਇਤਿਹਾਸ 10 ਮਹੱਲਿਆਂ ਦੇ ਰੂਪ ਵਿੱਚ ਲਿਖਿਆ ਹੈ। ਫਿਰ ਇੱਕ ਮਹੱਲੇ ਦੇ ਵਿੱਚ ਘਰ ਹੁੰਦੇ ਨੇ, ਪ੍ਰਸੰਗਾਂ ਦੇ ਜਿਹੜੇ ਨਾਮ ਨੇ ਉਹ ਸੰਤ ਰੇਣ ਜੀ ਨੇ ਘਰ ਰੱਖੇ ਹੈ। 6ਵੇਂ ਮਹੱਲੇ ਦੀ ਕਥਾ ਆਪਾਂ ਸਰਵਣ ਕਰ ਰਹੇ ਹਾਂ। ਕੱਲ ਇਹ ਕਥਾ ਜੋ ਪਰਸੋਂ ਤੋਂ ਹੀ ਇਹ ਪ੍ਰਸੰਗ ਚੱਲ ਰਿਹਾ ਹੈ ਕਿ ਮਹਾਰਾਜ ਜੀ ਨੇ ਜਿਹੜੀਆਂ 22 ਵਾਰਾਂ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਇਹਨਾਂ ਵਾਰਾਂ ਦੇ ਉੱਤੇ ਮਹਾਰਾਜ ਨੇ ਇਹਨਾਂ ਵਿੱਚੋਂ 9 ਵਾਰਾਂ ਤੇ ਜੋ ਧੁਨਾਂ ਚਾੜੀਆਂ ਤੇ ਉਹ ਸੰਤ ਰੇਣ ਜੀ ਨੇ ਦੱਸਿਆ ਕਿ ਕਿਹੜੀ ਕਿਹੜੀ ਵਾਰ ਤੇ ਕਿਹੜੀ ਕਿਹੜੀ ਧੁਨ ਚੜਾਈ ਹੈ। ਕੱਲ ਆਪਾਂ ਚੌਥੀ ਧੁਨ ਤੋਂ ਵਿਚਾਰ ਕੀਤੀ। ਪਰਸੋਂ 3 ਤੱਕ ਵਿਚਾਰ ਹੋ ਗਈ ਸੀ। ਕੱਲ ਜਿਹੜੀ ਚੌਥੀ ਧੁਨੀ ਚੜਾਈ ਉਹ ਵਿਚਾਰ ਕੀਤੀ ਹੈ ਕਿ ਗੋਜਰੀ ਕੀ ਵਾਰ ਤੇ ਜੋ ਸਿਕੰਦਰ ਬ੍ਰਾਹਮ ਕੀ ਜਿਹੜੀ ਧੁਨ ਹੈ ਉਹ ਮਹਾਰਾਜ ਨੇ ਚੜਾਈ। ਉਹਨਾਂ ਦਾ ਵੀ ਜੀਵਨ ਕੀ ਸੀ ਉਹ ਵਿਚਾਰਿਆ ਕਿ ਕਿਉਂ ਇਹਨਾਂ ਦੀ ਜਿਹੜੀ ਜੰਗ ਹੋਈ, ਕਿਵੇਂ ਫਿਰ ਸੂਰਮਗਤੀ ਦਿਖਾਈ ਤੇ ਮਹਾਰਾਜ ਸੁਣ ਕਰਕੇ ਪ੍ਰਸੰਨ ਹੋਏ ਤੇ ਸਤਿਗੁਰੂ ਜੀ ਨੇ ਗੋਜਰੀ ਕੀ ਵਾਰ ਤੇ ਇਹ ਭਾਈ ਗੁਰਦਾਸ ਜੀ ਤੋਂ ਧੁਨ ਲਿਖਵਾ ਦਿੱਤੀ। ਹੁਕਮ ਕੀਤਾ ਇਸ ਧੁਨ ਤੇ ਵਾਰ ਗਾਉਣੀ ਹੈ। 5ਵੀਂ ਫਿਰ ਵਡਹੰਸ ਰਾਗ ਦੀ ਵਾਰ ਤੇ ਲੱਲਾਂ ਬਹਿਲੀਮਾ ਕੀ ਧੁਨ ਗਾਵਣੀ। ਇਹ ਲੱਲਾਂ ਔਰ ਬਹਿਲੀਮਾ
ਇਹਨਾਂ ਭਰਾਵਾਂ ਦੀ ਕਿਵੇਂ ਆਪਸ ਵਿੱਚ ਫਰਕ ਪਿਆ, ਕਿਵੇਂ ਜੰਗ ਹੋਈ, ਕਿਵੇਂ ਫਿਰ ਪ੍ਰੇਮ। ਇਹ ਯੋਧੇ ਦੀ ਕਥਾ ਜਿਹੜੀ ਹੈ ਉਹ ਮਹਾਰਾਜ ਜੀ ਨੇ ਫਿਰ ਇਹ ਵਾਰ ਚੜਾਈ ਹੈ ਵਡਹੰਸ ਕੀ ਵਾਰ ਦੇ ਵਿੱਚ, ਵਡਹੰਸ ਰਾਗ ਦੀ ਵਾਰ। ਫਿਰ 6ਵੀਂ ਜਿਹੜੀ ਰਾਮਕਲੀ ਰਾਗ ਦੇ ਵਿੱਚ ਵਾਰ ਹੈ ਜੋਧੇ ਵੀਰੇ ਪੂਰਬਾਣੀ ਕੀ ਧੁਨ। ਇਹ ਜਿਹੜੀ ਮਹਾਰਾਜ ਨੇ ਰਾਮਕਲੀ ਵਾਰ ਦੇ ਵਿੱਚ ਇਹ ਧੁਨ ਚੜਾਈ ਹੈ। ਤੇ 7ਵੀਂ ਜੋ ਸਾਰੰਗ ਦੀ ਵਾਰ ਹੈ ਮਹਿਮੇ ਹਸਨੇ, ਕੌਣ ਸੀ ਮਹਿਮਾ ਤੇ ਹਸਨਾ। ਇਹ ਆਪਾਂ ਸਾਰਾ ਸੰਖੇਪ ਜਿਹਾ ਇਤਿਹਾਸ ਜੋ ਹੈ ਇਹਨਾਂ ਦਾ ਕਿ ਕੀ ਸੂਰਮਗਤੀ ਸੀ ਜਿਸ ਕਰਕੇ ਮਹਾਰਾਜ ਪ੍ਰਸੰਨ ਹੋਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਜਿਹੜੀ ਹੈ ਵਾਰ ਚੜਾਉਣਾ ਕੀਤੀ ਹੈ। ਆਓ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਇਤਿਹਾਸ ਹੈ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਰੰਗ ਕੀ ਵਾਰ ਤੇ ਜਿਹੜਾ ਹੈ ਮਲਾਰ ਰਾਗ ਦੀ ਵਾਰ ਹੈ ਗੁਰੂ ਪਾਤਸ਼ਾਹ ਮਹਾਰਾਜ ਜੀ, ਉਹਦੇ ਵਿੱਚ ਕਿਹੜੀ ਇਹ ਹੈ ਫਿਰ ਕਾਨੜੇ ਦੀ ਵਾਰ ਹੈ। ਇਹ ਆਪਾਂ 7 ਵਾਰਾਂ ਤੱਕ ਕੱਲ ਤੱਕ ਕਥਾ ਵਿਚਾਰ ਲਈ ਸੀ, ਇਤਿਹਾਸ ਇਹਨਾਂ ਦਾ ਸੰਖੇਪ ਜੀਵਨ ਵੀ ਵਿਚਾਰ ਲਿਆ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਦਾ ਇਤਿਹਾਸ ਜੋ ਸੰਤ ਰੇਣ ਜੀ ਦੇ ਰਹੇ ਨੇ, ਆਓ ਅੱਗੇ ਪ੍ਰੇਮ ਤੇ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਨ ਸੂਰਨ ਕੀ ਸੁਨ ਗੁਰਵਾਰ। ਤੋ ਇਹਨਾਂ ਮਹਿਮੇ ਹਸਨੇ ਦੀ ਜਿਹੜੀ ਸੂਰਮਗਤੀ ਦੀ ਵਾਰ ਸੁਣੀ। ਗ੍ਰੰਥ ਲਿਖਾਈ ਸਾਰੰਗ ਵਾਰ। ਸਾਰੰਗ ਰਾਗ ਦੀ ਵਾਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਫਿਰ ਧੁਨ ਜੋ ਚੜਾ ਦਿੱਤੀ ਹੈ ਮਹਾਰਾਜ ਨੇ ਦਰਜ ਕਰਵਾਈ ਹੈ। ਅਸ਼ਟਮ ਵਾਰ ਮਲਾਰ ਸੋ ਜਾਨੋ। 8ਵੀਂ ਵਾਰ ਜਿਹੜੀ ਹੈ ਮਲਾਰ ਰਾਗ ਦੀ ਜਾਣ ਲਓ। ਮਾਲ ਦਿਓ ਕੈਲਾਸ ਪਛਾਨੋ। ਇਹ ਤੇ ਮਾਲ ਦਿਓ ਤੇ ਕੈਲਾਸ ਇਹਨਾਂ ਰਾਜਿਆਂ ਦੀ ਜਿਹੜੀ ਵਾਰ ਹੈ ਉਹ ਮਹਾਰਾਜ ਨੇ ਚੜਾਉਣਾ ਕੀਤੀ। ਜੋ ਸਰਲੇਖ ਹੈ ਵਾਰ ਮਲਾਰ ਕੀ ਮਹੱਲਾ ਪਹਿਲਾ। ਰਾਣੇ ਕੈਲਾਸ ਤਥਾ ਮਾਲ ਦੇ ਕੀ ਧੁਨ। ਮਹਾਰਾਜ ਜੀ ਨੇ ਦੱਸਿਆ ਭਾਈ ਇਹ ਧੁਨ ਤੁਸੀਂ ਗਾਇਨ ਕਰਨੀ ਹੈ। ਭਾਈ ਗੁਰਦਾਸ ਜੀ ਤੋਂ ਇਹ ਸ਼ਬਦ ਲਿਖਵਾ ਦਿੱਤੇ। ਇਹ ਰਾਣਾ ਕੈਲਾਸ਼ ਦੇਵ ਤੇ ਰਾਣਾ ਮਾਲਦੇਵ ਦੋਵੇਂ ਸਕੇ ਭਰਾ ਸੀ। ਜਹਾਂਗੀਰ ਬਾਦਸ਼ਾਹ ਦੇ ਸਮੇਂ ਇਹ ਜੰਮੂ ਕਸ਼ਮੀਰ ਦੇ ਰਾਜੇ ਸਨ ਤੇ ਸਮੇਂ ਦੇ ਵਿੱਚ ਇਹਨਾਂ ਦਾ ਪਿਤਾ ਜਿਹੜਾ ਸੀ ਉਹ ਪ੍ਰਲੋਕ ਸੁਧਾਰ ਗਿਆ। ਜਿਹੜਾ ਵੱਡਾ ਭਾਈ ਸੀ ਰਾਣਾ ਕੈਲਾਸ਼ ਦੇਵ, ਉਹਨੇ ਜਦੋਂ ਬਾਪ ਚੜ੍ਹਾਈ ਕਰ ਗਿਆ ਜਿੰਨਾ ਦੌਲਤ ਰਾਜ ਭਾਗ ਸੀ ਆਪਣੇ ਕੋਲੇ ਸੰਭਾਲ ਲਿਆ ਤੇ ਛੋਟੇ ਭਰਾ ਮਾਲਦੇਵ ਨੂੰ ਕੁਝ ਦਿੱਤਾ ਨਾ। ਤੇ ਮਾਲਦੇਵ ਨੇ ਆਪਣੇ ਭਰਾ ਨੂੰ ਕਿਹਾ ਵੀ ਅੱਧਾ ਰਾਜ, ਅੱਧੀ ਜਿਹੜੀ ਪ੍ਰਾਪਰਟੀ ਹੈ, ਅੱਧਾ ਮਾਲ ਹੈ ਉਹ ਮੈਨੂੰ ਦੇ ਤੇ ਅੱਧਾ ਤੂੰ ਸੰਭਾਲ ਲੈ। ਇਹ ਰਾਣੇ ਕੈਲਾਸ਼ ਨੇ ਇਹ ਗੱਲ ਕਹਿਤੀ ਮੈਂ ਤੈਨੂੰ ਕੁਛ ਨਹੀਂ ਦੇਵਾਂਗਾ। ਜਦੋਂ ਫਿਰ ਰਾਣੇ ਮਾਲਦੇਵ ਨੂੰ ਮੰਗਿਆ ਵੀ ਕੁਛ ਨਾ ਮਿਲਿਆ ਤਾਂ ਇਹਨੇ ਰਾਜਨੀਤੀ ਤੇ ਆਪਣਾ ਰਸੂਖ, ਬਲ, ਤਾਕਤ ਤੇ ਪਰਜਾ ਹੋਰ ਫੌਜ ਆਪਣੇ ਤਰਫ ਕਰ ਲਈ। ਇਹਨੇ ਆਪਣੇ ਭਰਾ ਕੈਲਾਸ਼ ਨਾਲ ਜੰਗ ਕੀਤਾ ਮਾਲਦੇਵ ਨੇ ਤੇ ਯੁੱਧ ਦੇ ਵਿੱਚ ਕੈਲਾਸ਼ ਦੇਵ ਨੂੰ ਮਾਲਦੇਵ ਨੇ ਬੰਨ੍ਹ ਕੇ ਕੈਦ ਕਰ ਲਿਆ। ਰਾਜ ਭਾਗ ਦਾ ਜਿਹੜਾ ਪ੍ਰਬੰਧ ਸੀ ਆਪਣੇ ਹੱਥ ਵਿੱਚ ਕਰ ਲਿਆ ਤੇ ਜਦੋਂ ਕੈਲਾਸ਼ ਦੇਵ ਨੂੰ ਕੈਦ ਵਿੱਚ ਪਏ ਨੂੰ ਸਾਲ ਬੀਤ ਗਿਆ ਤਾਂ ਜਿਹੜਾ ਮਾਲਦੇਵ ਸੀ ਛੋਟਾ ਭਾਈ, ਇਹਦੇ ਮਨ ਵਿੱਚ ਦਇਆ ਆ ਗਈ ਵੀ ਭਾਵੇਂ ਮੇਰੇ ਨਾਲ ਕੀਤਾ ਤੇ ਇਹਨੇ ਧੋਖਾ ਹੀ ਹੈ ਪਰ ਫਿਰ ਵੀ ਹੈ ਤੇ ਮੇਰਾ ਭਰਾ ਹੀ ਹੈ ਨਾ।
ਇਸ ਕਰਕੇ ਇਹਨੇ ਮੈਨੂੰ ਅੱਧਾ ਹਿੱਸਾ ਮੰਗਣ ਤੇ ਨਹੀਂ ਸੀ ਦਿੱਤਾ ਤੇ ਉਹਦੀ ਜ਼ਬਰਦਸਤੀ ਸੀ। ਹੁਣ ਮੈਂ ਇਹਨੂੰ ਇਹ ਤੋਂ ਸਾਰਾ ਕੁਝ ਖੋਹ ਲਿਆ, ਮੈਂ ਇਹਨੂੰ ਕੈਦ ਕਰ ਲਿਆ, ਹੁਣ ਮੇਰੀ ਜ਼ਬਰਦਸਤੀ ਹੈ। ਇਹ ਫਿਰ ਕੋਈ ਧਰਮ ਨਾ ਹੋਇਆ। ਇਸ ਕਰਕੇ ਵੀ ਮੈਂ ਹੁਣ ਅੱਧਾ ਰਾਜ ਨਾ ਦਿਉ, ਇਹ ਵੀ ਤਾਂ ਇੱਕ ਧੱਕਾ ਹੀ ਹੈ। ਸੋਚ ਵਿਚਾਰ ਕਰਕੇ ਫਿਰ ਇਹਨੇ ਮਾਲਦੇਵ ਨੇ, ਜਿਹੜਾ ਕੈਦ ਵਿੱਚ ਇਹਦਾ ਭਰਾ ਸੀ ਕੈਲਾਸ਼ ਦੇਵ, ਉਹਦੇ ਕੋਲੇ ਗਿਆ। ਇਉਂ ਵੀ ਮੰਨਿਆ ਇਹਨਾਂ ਦੇ ਜੀਵਨ ਵਿੱਚ ਆਉਂਦਾ ਹੈ ਕਿ ਕੈਲਾਸ਼ ਦੇਵ ਨੇ ਸਾਲ ਬੀਤਣ ਤੋਂ ਬਾਅਦ ਦੁਖੀ ਹੋ ਕੇ ਫਿਰ ਖਿਮਾ ਮੰਗੀ ਸੀ ਮਾਲਦੇਵ ਤੋਂ ਕਿ ਮੈਨੂੰ ਛੱਡ ਦੇ, ਅੱਗੇ ਵਾਸਤੇ ਤੇਰੇ ਕਹੇ ਮੁਤਾਬਕ ਚੱਲੂ। ਤੇ ਮਾਲਦੇਵ ਨੇ ਆਪਣੇ ਭਰਾ ਨੂੰ ਚੰਗੀ ਸਿੱਖਿਆ ਦਿੱਤੀ। ਜਿਹੜਾ ਰਾਜ ਹੈ ਗਰੀਬਾਂ ਦੀ ਰੱਖਿਆ ਕਰਨੀ, ਪੂਰਾ ਨਿਆਂ ਕਰਨਾ, ਧਰਮੀ ਹੋਣਾ, ਪਰਜਾ ਨੂੰ ਵੀ ਧਰਮੀ ਬਣਾਉਣਾ, ਸ਼ੁਭ ਕਰਮ ਕਰਨੇ ਰਾਜੇ ਦੇ ਕਰਮ ਹੁੰਦੇ ਆ। ਇਸ ਕਰਕੇ ਕੈਲਾਸ਼ ਦੇਵ ਕਹਿੰਦਾ ਮੈਂ ਫਿਰ ਇਸੇ ਤਰ੍ਹਾਂ ਹੀ ਕਰੂੰ। ਜਦੋਂ ਮਾਲਦੇਵ ਦੀਆਂ ਗੱਲਾਂ ਸੁਣੀਆਂ ਤੇ ਮਾਲਦੇਵ ਨੇ ਆਪਣੇ ਭਰਾ ਨੂੰ, ਵੱਡੇ ਨੂੰ, ਫਿਰ ਫੌਜ ਜਿਹੜਾ ਹੈ ਜੇਲ੍ਹ ਦੇ ਵਿੱਚੋਂ ਦੀ ਬੰਦ ਖਲਾਸੀ ਕਰਤੀ ਤੇ ਨਾਲ ਦੀ ਨਾਲ ਉਹਨੂੰ ਅੱਧਾ ਰਾਜ ਭਾਗ ਸੰਭਾਲ ਦਿੱਤਾ। ਐਸਾ ਇਹਦਾ ਚੰਗਾ ਸ਼ੁਭ ਮਾਲਦੇਵ ਦਾ ਕਰਮ ਵੇਖ ਕੇ ਢਾਡੀਆਂ ਨੇ ਵਾਰ ਬਣਾਈ ਵੀ ਇਹ ਵੀ ਤਾਂ ਧਰਮੀ ਰਾਜਾ ਹੈ ਨਾ। ਪਰਤ ਘੋੜਾ ਪਰਬਤ ਪਲਾਣ, ਸਿਰ ਟੱਟਰ ਅੰਬਰ, 900 ਨਦੀ 99 ਰਾਣਾ ਜਲ ਕੰਦਰ, ਟੁੱਕਾ ਰਾਏ ਅਮੀਰ ਦੇ ਕਰ ਮੇਘ ਅਡੰਬਰ, ਆਨਤ ਖੰਡਾ ਰਾਣਿਆਂ ਕੈਲਾਸ਼ੇ ਅੰਦਰ, ਬਿਜਲ ਜਿਉਂ ਚਮਕਾਣੀਆਂ ਤੇਗਾਂ ਵਿੱਚ ਅੰਬਰ, ਮਾਲਦੇਵ ਕੈਲਾਸ਼ ਨੂੰ ਬੰਨਿਆ ਕਰ ਸੰਗਰ, ਫਿਰ ਅੱਧਾ ਧਨ ਮਾਲ ਦੇ ਛੱਡਿਆ ਗੜ ਅੰਦਰ, ਮਾਲ ਦਿਓ ਜਸ ਖਟਿਆ ਜਿਉਂ ਸ਼ਾਹ ਸਿਕੰਦਰ। ਛੇਵੇਂ ਪਾਤਸ਼ਾਹ ਜੀ ਨੇ ਇਹ ਜਿਹੜੀ ਵਾਰ ਜਦੋਂ ਸਰਵਣ ਕੀਤੀ, ਜਿਹੜੇ ਢਾਡੀ ਜਿਨ੍ਹਾਂ ਵਿੱਚ ਪ੍ਰਮੁੱਖ ਨੱਥਾ ਤੇ ਅਬਦੁੱਲਾ, ਉਹ ਮਹਾਰਾਜ ਦੇ ਕੋਲੇ ਆਉਂਦੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਇਸ ਤਰ੍ਹਾਂ ਸੂਰਮਿਆਂ ਦਾ ਜਸ ਸੁਣਾਉਂਦੇ ਹੁੰਦੇ ਸੀ। ਤੇ ਗੁਰੂ ਮਹਾਰਾਜ ਨੇ ਸੁਣ ਕਰਕੇ ਨਾਲ ਭਾਈ ਸੂਰਮਿਆਂ ਨੂੰ ਸੁਣਾਉਣਾ ਕਿ ਇਹੋ ਜਿਹੇ ਯੋਧੇ, ਧਰਮੀ ਯੋਧੇ ਬਣਨਾ ਹੈ ਜਿਹਦੇ ਨਾਲ ਜਿਹੜਾ ਲੋਕਾਂ ਦਾ ਭਲਾ ਹੋ ਸਕੇ। ਗਰੀਬ ਨਵਾਜ ਪਾਤਸ਼ਾਹ ਨੇ ਫਿਰ ਇਹ ਭਾਈ ਗੁਰਦਾਸ ਜੀ ਨੂੰ ਕਿਹਾ ਵੀ ਭਾਈ ਸਾਹਿਬ ਜੀ, ਆਹ ਜਿਹੜਾ ਹੈ ਮਲਾਰਕੀ ਵਾਰ ਦੇ ਉੱਤੇ ਧੁਨ ਜਿਹੜੀ ਹੈ ਇਹਨਾਂ ਰਾਜਿਆਂ ਵਾਲੀ, ਇਹ ਚਾੜ ਦਿਓ, ਭਾਵੇਂ ਇਸ ਦੇ ਮੁਤਾਬਕ ਇਹ ਜਿਹੜੀ ਵਾਰ ਹੈ ਉਹ ਗਾਇਨ ਕਰਨੀ ਹੈ। ਤਾਂ ਸੰਤਰੇਣ ਜੀ ਲਿਖਦੇ ਨੇ, ਅਸ਼ਟਮ ਵਾਰ ਮਲਾਰ ਸੋ ਜਾਨੋ, ਮਾਲ ਦਿਓ ਕੈਲਾਸ਼ ਪਛਾਨੋ। ਇਹ ਮਾਲ ਦਿਓ ਤੇ ਕੈਲਾਸ਼ ਇਹਨਾਂ ਰਾਜਿਆਂ ਦੀ ਵਾਰ ਹੈ। ਸਕੈ ਭਾਈ ਥੇ ਜੋਗ ਨ੍ਰਿਪਾਲ, ਇਹ ਸਕੇ ਭਰਾ ਸਨ ਦੋਵੇਂ ਰਾਜੇ, ਜੰਬੂ ਇੱਕ ਕਸ਼ਮੀਰ ਮਝਾਰ। ਇੱਕ ਜੰਮੂ ਇੱਕ ਕਸ਼ਮੀਰ ਦੇ ਵਿੱਚ ਬਲੀ ਬਹਾਦਰ ਥੇ ਜੁਗ ਭਾਰੀ। ਬਹੁਤ ਵੱਡੇ ਬਲੀ ਬਹਾਦਰ ਸੂਰਮੇ ਸਨ, ਸ਼ਾਹਜਹਾਨ ਕੇ ਸਮੇਂ ਮਝਾਰੀ। ਸ਼ਾਹਜਹਾਨ ਦੇ ਸਮੇਂ ਦੇ ਵਿੱਚ ਕੀਨ ਵਿਚਾਰ ਸ਼ਾਹ ਇਸ ਭਾਤੀ। ਭਾਵ ਉਦੋਂ ਜਹਾਂਗੀਰ ਤੇ ਸ਼ਾਹਜਹਾਨ ਦਾ ਸਮਾਂ ਸੀ। ਉਹ ਇਸ ਤਰ੍ਹਾਂ ਵਿਚਾਰ ਕੀਤੀ, ਆਹੈ ਤੇਜ ਵੱਡ ਦੋਨੋਂ ਭਰਾਤੀ। ਸੋਚਦਾ ਵੀ ਇਹ ਜਿਹੜੇ ਭਰਾ ਨੇ ਦੋਵੇਂ, ਕੈਲਾਸ਼ ਤੇ ਮਾਲਦੇਵ, ਬੜੇ ਤੇਜ ਪ੍ਰਤਾਪ ਵਾਲੇ ਹਨ। ਮੋਹ ਤੇ ਬਿਗੜ ਜਾਹੇ ਕਿਸ ਕਾਲਾ, ਇਹ ਕਿਸੇ ਸਮੇਂ ਮੇਰੇ ਤੋਂ ਵਿਗੜ ਜਾਣਗੇ। ਮਤ ਨਹਿ ਭਰੈ ਮੋਰ ਇਹੋ ਹਾਲਾ, ਮਤਾ ਕਿਤੇ ਇਹ ਮੇਰਾ ਹਾਲਾ ਹੀ ਭਰਨਾ ਬੰਦ ਨਾ ਕਰ ਦੇਣ। ਪੁਨ ਮੋਹ ਤੇ ਨਹਿ ਸਰੈ ਕਦਾਈ, ਫਿਰ ਮੇਰੇ ਕੋਲੋਂ ਤਾਂ ਇਸ ਤਰ੍ਹਾਂ ਕਦੇ ਸਰਨਾ ਨਹੀਂ। ਆਸ ਵਿਚਾਰ ਇਮ ਬਿਬਤ ਬਨਾਈ,
ਇਸ ਤਰ੍ਹਾਂ ਵਿਚਾਰ ਕੇ ਉਹਨੇ ਵਿਉਂਤ ਬਣਾਈ ਹੈ। ਕਿਸ ਭੇਤੀ ਕੋ ਐਸ ਸਿਖਾਵਾ, ਕਿਸੇ ਭੇਤੀ ਨੂੰ ਇਸ ਤਰ੍ਹਾਂ ਬਾਦਸ਼ਾਹ ਨੇ ਸਿਖਾ ਦਿੱਤਾ। ਜੁਗ ਭਰਾਤਨ ਕੋ ਪਾੜ ਦਿਖਾਵਾ, ਤੋ ਦੋਹਾਂ ਭਰਾਵਾਂ ਨੂੰ ਪਾੜ ਕੇ ਦਿਖਾਤਾ, ਭਾਵ ਆਪਸ ਵਿੱਚ ਫਰਕ ਪਾ ਦਿੱਤੇ। ਹੋਣ ਲੱਗੇ ਜੁਗ ਭਰਾਤਨ ਜੁੱਧ, ਦੋਹਾਂ ਭਰਾਵਾਂ ਵਿੱਚ ਹੀ ਯੁੱਧ ਹੋਣ ਲੱਗ ਪਏ। ਫੌਜ ਹੁਤੀ ਬਹੁ ਭਏ ਕਰੁੱਧ, ਬਹੁਤ ਕ੍ਰੋਧ ਵਿੱਚ ਆ ਗਏ, ਵੱਡੀ ਇਹਨਾਂ ਕੋਲੇ ਫੌਜ ਸੀ। ਭਰਾਤਾ ਤੇ ਭਰਾਤਾ ਨਹਿ ਹਾਰੇ, ਭਰਾ ਤੋਂ ਭਰਾ ਨਹੀਂ ਹਾਰਿਆ ਹੈ। ਮਿਟੈ ਰਾਰ ਨਹਿ ਬਿਨਾ ਵਿਚਾਰੇ, ਤੇ ਇਹਨਾਂ ਦਾ ਝਗੜਾ ਬਿਨਾ ਵਿਚਾਰ ਤੋਂ ਜਿਹੜੀ ਜੰਗ ਸੀ ਉਹ ਮਿਟੀ ਨਹੀਂ। ਇਨ ਕੋ ਮਿੱਤਰ ਹੁਤੋ ਨ੍ਰਿਪ ਏਕ, ਫਿਰ ਇਹਨਾਂ ਦਾ ਮਿੱਤਰ ਕੋਈ ਰਾਜਾ ਸੀ ਹੋਰ। ਆਇਓ ਪਾ ਕਰ ਸੋ ਵਿਵੇਕ, ਉਹ ਫਿਰ ਭਾਈ ਵਿਵੇਕ ਵਿਚਾਰ ਕਰਾ ਕੇ ਵਿੱਚ ਪਿਆ ਹੈ ਆ ਕਰਕੇ, ਤੇ ਉਸਨੇ ਗਿਆਨ ਵਿਵੇਕ ਵਿਚਾਰ ਦੇ ਨਾਲ ਸਮਝਾਏ। ਜੁਗ ਕੋ ਚਾਲ ਸ਼ਾਹੇ ਦਿਖ ਰਾਈ, ਦੋਹਾਂ ਨੂੰ ਦਿਖਾਤਾ ਵੀ ਅਸਲ ਵਿੱਚ ਤੁਹਾਨੂੰ ਲੜਾਉਣ ਵਾਲਾ ਤੇ ਬਾਦਸ਼ਾਹ ਹੈ। ਪਹਿਲਾਂ ਵੱਡੇ ਭਰਾ ਨੂੰ ਚੱਕਤਾ, ਤੂੰ ਨਾ ਕੁਛ ਦਈ ਇਹਨੂੰ, ਤੇ ਫਿਰ ਛੋਟੇ ਭਰਾ ਨੂੰ ਤਾਕਤ ਦੇਤੀ, ਤੂੰ ਜੰਗ ਕਰ ਉਹਦੇ ਨਾਲ, ਖੋਹ ਆਪਦਾ ਰਾਜ। ਇਸ ਤਰ੍ਹਾਂ ਦੋਹਾਂ ਦੇ ਵਿੱਚ ਲੜਾਈ ਬਾਦਸ਼ਾਹ ਨੇ ਕਰਵਾ ਦਿੱਤੀ ਸੀ। ਜੋ ਸਾਰੀ ਚਾਲ ਬਾਦਸ਼ਾਹ ਦੀ ਫਿਰ ਦੱਸੀ ਹੈ। ਸੁਲ੍ਹਾ ਕਰੀ ਪੁਨ ਭੇ ਜੁਗ ਭਾਈ, ਫਿਰ ਸੁਲ੍ਹਾ ਕਰ ਲਈ ਦੋਹਾਂ ਰਾਜਿਆਂ ਨੇ, ਕੈਲਾਸ਼ ਰਾਓ ਨੇ ਤੇ ਮਾਲਦੇਵ ਨੇ। ਢਾਡਨ ਵਾਰ ਬਣਾਏ ਸੁਨਾਈ, ਢਾਡੀਆਂ ਨੇ ਇਹ ਵਾਰ ਗਾਇਨ ਕਰਕੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਸੁਣਾਈ ਹੈ। ਜੁਗ ਭਰਾਤਨ ਤੇ ਧਨ ਬਹੁ ਪਾਈ, ਦੋਹਾਂ ਭਰਾਵਾਂ ਤੋਂ ਜਿਹੜਾ ਹੈ ਇਸ ਤਰ੍ਹਾਂ ਬਹੁਤ ਧਨ ਪਾਇਆ। ਦੋਹਾਂ ਭਰਾਵਾਂ ਦੀ ਗਾਇਨ ਕਰਕੇ ਵਾਰ ਧਨ ਬਹੁ ਪਾਈ, ਸਤਿਗੁਰਾਂ ਤੋਂ ਬਹੁਤ ਧਨ ਦੀ ਪ੍ਰਾਪਤੀ ਕੀਤੀ। ਸੋ ਜੋ ਸ੍ਰੀ ਗੁਰੂ ਸੁਨੀ ਸੁਖ ਕਾਰ, ਸੁੱਖਾਂ ਨੂੰ ਕਰਨ ਵਾਲੇ ਸਤਿਗੁਰੂ ਨੇ ਜੋ ਵਾਰ ਸੁਣੀ। ਧੁਨੀ ਚੜਾਈ ਵਾਰ ਮਲਾਰ, ਤਾਂ ਮਲਾਰ ਰਾਗ ਦੀ ਵਾਰ ਵਿੱਚ ਇਹ ਧੁਨੀ ਫਿਰ ਚੜਾ ਦਿੱਤੀ। ਦੋਹਰਾ ਨਵਮੀ ਵਾਰ ਸੋ ਕਾਨੜੇ, ਮੂਸੇ ਕੀ ਧੁਨ ਗਾਏ। ਨੌਵੀਂ ਵਾਰ ਧੁਨ ਚਾੜੀ ਹੈ ਕਾਨੜੇ ਦੀ ਵਾਰ ਵਿੱਚ, ਜਿਹੜੀ ਮੂਸੇ ਕੀ ਧੁਨੀ ਗਾਉਣ ਦਾ ਮਹਾਰਾਜ ਨੇ ਹੁਕਮ ਦਿੱਤਾ ਹੈ। ਸੁਨੋ ਸੱਜਣ ਚਿਤ ਲਾਏ ਕੇ, ਭਾ ਪ੍ਰਸੰਗ ਜਿਸ ਭਾਏ। ਹੈ ਭਾਈ ਸੱਜਣੋ ਸਰੋਤਿਓ, ਚਿੱਤ ਲਾ ਕੇ ਸੁਣੋ। ਸੰਤ ਰੇਣ ਜੀ ਕਹਿੰਦੇ ਉਹਨਾਂ ਦਾ ਪ੍ਰਸੰਗ ਜਿਵੇਂ ਹੋਇਆ ਹੈ, ਤੋ ਸੰਤ ਰੇਣ ਜੀ ਕੀ ਕਹਿੰਦੇ ਹੈ ਉਹਦੇ ਨਾਲ ਨਾਲ ਇਸ ਗੱਲ ਦੇ ਬਾਰੇ ਵੀ ਕਿ ਗ੍ਰੰਥਾਂ ਵਿੱਚ ਜੋ ਸੰਪਰਦਾ ਦੇ ਵਿੱਚ ਇਹਨਾਂ ਦਾ ਜਿਹੜੀ ਵਾਰ ਦਾ ਕਿਸ ਤਰ੍ਹਾਂ ਜ਼ਿਕਰ ਆਇਆ ਹੈ। ਜੋ ਮਹਾਰਾਜ ਨੇ ਕਾਨੜੇ ਦੀ ਵਾਰ, ਇਹ ਗੁਰੂ ਰਾਮਦਾਸ ਮਹਾਰਾਜ ਦੀ ਉਚਾਰਨ ਕੀਤੀ ਹੋਈ ਵਾਰ ਹੈ। ਕਾਨੜੇ ਕੀ ਵਾਰ ਮਹੱਲਾ ਚੌਥਾ। ਇੱਥੇ ਮਹਾਰਾਜ ਨੇ ਛੇਵੇਂ ਪਾਤਸ਼ਾਹ ਨੇ ਲਿਖਵਾਇਆ ਮੂਸੇ ਕੀ ਵਾਰ ਕੀ ਧੁਨੀ। ਭਾਈ ਇਹ ਮੂਸੇ ਦੀ ਵਾਰ ਦੀ ਧੁਨੀ ਜਿਹੜੀ ਹੈ ਇਹ ਭਾਈ ਗੁਰਦਾਸ ਜੀ ਤੋਂ ਸ਼ਬਦ ਲਿਖਾਏ ਤੇ ਗਾਇਨ ਕਰਨ ਵਾਸਤੇ ਕਿਹਾ। ਮੂਸਾ ਕੌਣ ਸੀ? ਇੱਕ ਪਠਾਣਾ ਦਾ ਸਰਦਾਰ ਸੀ, ਤੇ ਇਹ ਵੀ ਲਿਖਿਆ ਵੀ ਮੂਸਾ ਬੜਾ ਰਾਠ ਸੀ। ਮੂਸਾ ਬਹੁਤ ਬਹਾਦਰ ਯੋਧਾ ਸੀ। 360 ਘੋੜ ਸਵਾਰਾਂ ਦਾ ਇਹ ਸਰਦਾਰ ਸੀ, ਔਰ ਰਾਜਗੜ੍ਹ ਦੇ ਇਲਾਕੇ ਵਿੱਚ ਗੁਰੀਏ ਨਗਰ ਦਾ ਇਹਦਾ ਇਲਾਕਾ ਸੀ, ਉੱਥੋਂ ਦਾ ਇਹ ਸਰਦਾਰ ਸੀ। ਪੁਰਾਣੇ ਸਮਿਆਂ ਵਿੱਚ ਛੋਟੇ ਛੋਟੇ ਇਲਾਕਿਆਂ ਦੇ ਸਰਦਾਰਾਂ ਨੂੰ ਵੀ ਰਾਜੇ ਕਿਹਾ ਜਾਂਦਾ ਸੀ। 360 ਘੋੜ ਸਵਾਰ ਹਰ ਵਕਤ ਇਹਦੇ ਨਾਲ ਰਹਿੰਦੇ ਹੁੰਦੇ ਸਨ। ਤੇ ਇੱਕ ਸ਼ਹਿਰ ਵਿੱਚ ਕਿਸੇ ਸਰਦਾਰ ਨੇ
ਮੂਸੇ ਦੇ ਨਾਲ ਆਪਣੀ ਲੜਕੀ ਦਾ ਸ਼ਗਨ ਕਰਤਾ, ਮੰਗਣ ਕਰ ਦਿੱਤਾ। ਉਹ ਲੜਕੀ ਦੇ ਨਾਲ ਜਵਾਨ ਅਵਸਥਾ ਦੇ ਵਿੱਚ ਜਿਹੜੀ ਲੜਕੀ ਨਾਲ ਮੂਸਾ ਮੰਗਿਆ ਹੋਇਆ ਸੀ, ਸੁੰਦਰ ਸੀ, ਜਵਾਨ ਸੀ, ਤੇ ਜਿਸ ਸ਼ਹਿਰ ਵਿੱਚ ਮੂਸਾ ਮੰਗਿਆ ਹੋਇਆ ਸੀ ਉਹ ਸ਼ਹਿਰ ਦੇ ਵਿੱਚ ਇੱਕ ਹੋਰ ਵੱਡਾ ਕੋਈ ਪਠਾਨ ਸਰਦਾਰ ਜਾਂ ਸੁਦਾਗਰ ਆਉਂਦਾ ਹੁੰਦਾ ਸੀ। ਇਹ ਜਿਹੜੀ ਮੂਸੇ ਦੀ ਮੰਗੇਤਰ ਸੀ ਲੜਕੀ, ਇਹਦਾ ਸੁੰਦਰ ਸਰੂਪ ਵੇਖ ਕੇ ਉਹ ਜਿਹੜਾ ਵਪਾਰੀ ਸੀ, ਵੱਡਾ ਸੁਦਾਗਰ, ਮੋਹਿਤ ਹੋ ਗਿਆ। ਧਨ ਦਾ ਲਾਲਚ ਦੇ ਕੇ ਤੇ ਹੋਰ ਸਾਰੇ ਯਤਨ ਵਗੈਰਾ ਕਰਕੇ ਉਹ ਲੜਕੀ ਨੂੰ ਵਿਆਹ ਕੇ ਲੈ ਗਿਆ। ਜਦੋਂ ਉਹ ਪਠਾਨ ਸਰਦਾਰ ਜਿਹੜਾ ਸੁਦਾਗਰ ਸੀ ਉਹ ਲੜਕੀ ਨੂੰ ਵਿਆਹ ਕੇ ਲੈ ਗਿਆ ਤੇ ਇਹ ਮੂਸੇ ਨੂੰ ਕਿਸੇ ਨੇ ਤਾਨਾ ਮਾਰਿਆ ਕਿ ਤੂੰ ਐਵੇਂ ਆਪਦੇ ਆਪ ਨੂੰ ਸਰਦਾਰ ਕਹਾਉਂਦਾ ਫਿਰਦਾ, ਜਿਹੜੀ ਤੇਰੀ ਮੰਗੇਤਰ ਸੀ ਉਹਨੂੰ ਵਿਆਹ ਕੇ ਤੇ ਕੋਈ ਹੋਰ ਲੈ ਗਿਆ ਹੈ, ਹੋਰ ਪਠਾਨ ਨੇ ਉਹਦੇ ਨਾਲ ਵਿਆਹ ਕਰਾ ਲਿਆ। ਇਹ ਜਦੋਂ ਸ਼ਬਦ ਸੁਣੇ ਤਾਂ ਮੂਸੇ ਦੇ ਚੋਟ ਲੱਗੀ ਤੇ ਇਹਨੇ ਉਹ ਪਠਾਨ ਸਰਦਾਰ ਸੀ ਜਿਹੜਾ ਸੁਦਾਗਰ, ਉਹਦੇ ਤੇ ਧਾਵਾ ਬੋਲਿਆ। ਕੋਈ ਨਾ ਜੰਗ ਕੀਤੀ, ਜਿੱਤ ਕੇ ਉਹਨੂੰ ਕੈਦ ਵਿੱਚ ਲਿਆਂਦਾ ਔਰ ਆਪਣੀ ਜਿਹੜੀ ਮੰਗੇਤਰ ਸੀ ਉਹਨੂੰ ਘਰ ਲੈ ਆਇਆ। ਘਰ ਦੇ ਵਿੱਚ ਫਿਰ ਉਹ ਜਿਹੜੀ ਮੰਗੀ ਹੋਈ ਲੜਕੀ ਸੀ ਉਹਨੂੰ ਪੁੱਛਿਆ ਵੀ ਦੱਸ ਤੇਰਾ ਸੰਕਲਪ ਕੀ ਹੈ, ਤੂੰ ਮੇਰੇ ਘਰ ਵਸਣਾ ਚਾਹੁੰਦੀ ਹੈ ਜਾਂ ਉਹਦੇ ਘਰ ਵਸਣਾ ਹੈ। ਹੁਣ ਉਹ ਸੀ ਪਤੀ ਵਰਤਾ ਧਰਮ ਵਾਲੀ ਇਸਤਰੀ, ਕਹਿੰਦੀ ਵੀ ਵੇਖ ਮੇਰਾ ਇਹਦੇ ਵਿੱਚ ਕੋਈ ਕਸੂਰ ਨਹੀਂ, ਜੋ ਕੀਤਾ ਮੇਰੇ ਮਾਪਿਆਂ ਨੇ ਕੀਤਾ, ਤਾਹੇ ਧਨ ਦਾ ਲਾਲਚ ਹੋਇਆ ਕੁਝ ਵੀ। ਜਿੱਥੇ ਹੁਣ ਮੇਰੇ ਮਾਂ-ਬਾਪ ਨੇ ਮੈਨੂੰ ਇੱਕ ਵਾਰ ਵਿਆਹ ਤਾਂ ਮੇਰੇ ਲਈ ਉਹੀ ਠੀਕ ਹੈ, ਜੇ ਮੈਂ ਦੂਜੀ ਜਗ੍ਹਾ ਤੇ ਜਾਵਾਂਗੀ ਧਰਮ ਤੋਂ ਪਤਿਤ ਹੋਵਾਂਗੀ। ਬਾਕੀ ਹੁਣ ਤੇਰੀ ਆ, ਮੈਂ ਕੈਦ ਵਿੱਚ, ਅੱਗੇ ਤੇਰੀ ਮਰਜ਼ੀ ਹੈ, ਜੋ ਮਰਜ਼ੀ ਕਰ। ਇਹ ਗੱਲ ਜਦੋਂ ਸੁਣੀ ਜਿਹੜਾ ਮੂਸਾ ਇਹ ਪਠਾਨ ਸਰਦਾਰ ਸੀ, ਇਹਦੇ ਹਿਰਦੇ 'ਚ ਦਇਆ ਆ ਗਈ ਕਿ ਸੱਤ ਵਾਲੀ ਇਸਤਰੀ ਹੈ, ਇਹਦਾ ਕੋਈ ਕਸੂਰ ਨਹੀਂ ਹੈ, ਕਸੂਰ ਇਹਦੇ ਮਾਪਿਆਂ ਦਾ ਜਿਨ੍ਹਾਂ ਨੇ ਲਾਲਚ ਵਸ ਹੋ ਕੇ ਇਹਦਾ ਵਿਆਹ ਕਰਤਾ ਇੱਥੇ। ਹੁਣ ਇਹਨੂੰ ਕੈਦ ਕਰਕੇ ਤੰਗ ਕਰਨਾ ਠੀਕ ਨਹੀਂ, ਇਸ ਕਰਕੇ ਫਿਰ ਮੂਸੇ ਨੇ ਉਹ ਲੜਕੀ ਵੀ ਤੇ ਜਿਹਦੇ ਨਾਲ ਵਿਆਹੀ ਸੀ ਸੁਦਾਗਰ ਪਠਾਨ ਨਾਲ, ਉਹਨੂੰ ਵੀ ਆਪਣੇ ਕੋਲੋਂ ਸਗੋਂ ਕੁਝ ਪਦਾਰਥ ਵਗੈਰਾ ਦੇ ਕਰਕੇ ਆਪਣੀ ਕੈਦ ਚੋਂ ਰਿਹਾ ਕਰਤੇ ਵੀ ਜਾਓ, ਆਪਣੀ ਜ਼ਿੰਦਗੀ ਸੁੱਖ ਆਨੰਦ ਨਾਲ ਭੋਗੋ। ਇਹ ਜਸ ਖੱਟਿਆ ਇਹਨੇ ਭਾਵ ਇਸ ਤਰ੍ਹਾਂ ਧਰਮ ਕਮਾ ਕੇ ਜਦੋਂ ਇਹ ਜਸ ਧਰਮ ਨਿਆਏ ਕਾਰਜ ਵੇਖ ਕੇ ਢਾਡੀਆਂ ਨੇ ਇਹਦੀ ਵਾਰ ਬਣਾ ਲਈ। ਉਦੋਂ ਇਸ ਤਰ੍ਹਾਂ ਹੀ ਹੁੰਦਾ ਸੀ, ਜਦੋਂ ਇਹ ਵਾਰ ਬਣਾ ਕੇ ਮਹਾਰਾਜ ਦੀ ਹਜ਼ੂਰੀ ਵਿੱਚ ਗਾਇਨ ਕਰਤੀ। 360 ਮਰਾਤਬਾ ਇੱਕ ਘੁਰਿਆ ਡੱਗੇ, ਚੜਿਆ ਮੂਸਾ ਪਾਤਸ਼ਾਹ ਸਭ ਸੁਣਿਆ ਜੱਗੇ। ਦੰਦ ਚਿੱਟੇ ਵੱਡ ਹਾਥੀਆਂ ਕਹੋ ਕਿਤ ਵਿਰੱਗੇ, ਰੁੱਤ ਪਛਾਤੀ ਬਗਲਿਆਂ ਘਟ ਕਾਲੀ ਬੱਗੇ। ਇਹੀ ਕੀਤੀ ਮੂਸਿਆ ਕਿਸ ਕਰੀ ਨਾ ਅੱਗੇ। ਛੇਵੇਂ ਪਾਤਸ਼ਾਹ ਮਹਾਰਾਜ ਦੇ ਕੋਲ ਜਦੋਂ ਨੱਥੇ ਅਬਦੁੱਲੇ ਵਰਗੇ ਉਹਨਾਂ ਢਾਡੀਆਂ ਨੇ ਵਾਰ ਸੁਣਾਈ ਤੇ ਉਹਨੇ ਵੀ ਦੇਖੋ ਭਾਈ ਇਸ ਤਰ੍ਹਾਂ ਧਰਮ ਕਮਾਇਆ। ਇਹ ਤਾਂ ਸੁਣਾਉਂਦੇ ਹੁੰਦੇ ਸੀ ਮਹਾਰਾਜ ਵਾਰਾਂ ਕਿ ਜਿਹੜੇ ਗੁਰਸਿੱਖ ਹੈ ਜੰਗਾਂ ਯੁੱਧਾਂ ਵਿੱਚ ਜਾਣਾ, ਇਹ ਆਪਣਾ ਧਰਮ ਨਾ ਛੱਡਣ, ਇਹ ਨਾ ਹੋਵੇ ਧੱਕਾ ਨਾ ਕਿਸੇ ਨਾ ਕਰਨ। ਕੋਈ ਲੜਕੀ ਬੀਬੀ ਹੈ ਉਹਦੀ ਪੱਤ ਇੱਜ਼ਤ ਦਾ ਖਿਆਲ ਰੱਖਣਾ, ਕਿਉਂਕਿ ਸਤਿਗੁਰੂ ਨੇ ਧਰਮ ਜੰਗ ਕੀਤੇ ਆ। ਜੰਗ ਉਹ ਜਿਹਦੇ ਵਿੱਚ ਧਰਮ ਨਾ, ਕੁਟਲ ਨੀਤੀ ਨਹੀਂ ਮਹਾਰਾਜ ਨੇ ਕੀਤੀ, ਧੋਖਾ ਫਰੇਬ ਛਲ ਕਪਟ ਦੇ ਨਾਲ ਜੰਗ ਨਹੀਂ ਕੀਤੇ ਹਨ। ਮਹਾਰਾਜ ਨੇ ਇਹੀ ਗੁਰਸਿੱਖਾਂ ਨੂੰ ਸਿਖਾਉਣਾ ਸੀ ਕਿ ਤੁਸੀਂ ਭਾਈ ਕੋਈ ਜੰਗ ਕਰੋ ਕਿਤੇ ਵੀ, ਲੇਕਿਨ ਆਪਣਾ ਧਰਮ ਨਹੀਂ ਛੱਡਣਾ ਹੈ। ਤਾਂ ਫਿਰ ਇਹੋ ਜਿਹੇ ਜਿਨ੍ਹਾਂ ਨੇ ਆਪਣੇ ਧਰਮ ਨੂੰ ਕਾਇਮ ਰੱਖਿਆ, ਦੇਖੋ ਮੂਸਾ ਉਹਦੀ ਕੈਦ ਵਿੱਚ ਸੀ, ਮਰਜ਼ੀ ਹੁੰਦੀ ਕੁਝ ਵੀ ਕਰ ਸਕਦਾ ਸੀ, ਸੁਦਾਗਰ ਨੂੰ ਮਾਰ ਕੇ ਉਹ ਲੜਕੀ ਨੂੰ ਧੱਕੇ ਨਾਲ ਰੱਖ ਸਕਦਾ ਸੀ, ਮਾਰ ਸਕਦਾ ਸੀ, ਨੌਕਰਾਣੀ ਬਣਾ ਕੇ ਚਾਹੇ ਰੱਖ ਲੈਂਦਾ, ਪਰ ਉਹਦੇ ਮਨ ਵਿੱਚ ਧਰਮ ਸੀ, ਦਇਆ ਆਈ, ਇਸ ਕਰਕੇ ਦੋਵੇਂ ਛੱਡਤੇ। ਜਦੋਂ ਇਹ ਵਾਰ ਗਾਇਨ ਕੀਤੀ ਢਾਡੀਆਂ ਨੇ ਤਾਂ ਉਸ ਸਮੇਂ ਛੇਵੇਂ ਪਾਤਸ਼ਾਹ ਜੀ ਨੇ ਸੁਣ ਕੇ ਮਹਾਰਾਜ ਕਹਿਣ ਲੱਗੇ, ਭਾਈ ਗੁਰਦਾਸ ਜੀ ਇਹ ਧੁਨ ਤੁਸੀਂ ਚਾੜੋ, ਜਿਹੜੀ ਕਾਨੜੇ ਦੀ ਵਾਰ ਹੈ ਉਸ ਵਾਰ ਤੇ ਇਹ ਚਲਾਉਣੀ ਹੈ, ਭਾਵ ਗਾਇਨ ਕਰਨੀ ਹੈ।
ਨਵਵੀਂ ਵਾਰ ਸੋ ਕਾਨੜੇ ਮੂਸੇ ਕੀ ਧੁਨ ਗਾਏ। ਨੌਵੀਂ ਵਾਰ ਜਿਹੜੀ ਧੁਨੀ ਚਾੜੀ ਹੈ ਕਾਨੜੇ ਦੀ ਵਾਰ ਤੇ 9 ਹੀ ਧੁਨਾਂ ਮਹਾਰਾਜ ਨੇ ਚੜਾਈਆਂ ਨੇ। ਬਾਈਆਂ ਵਿੱਚੋਂ 9 ਦੇ ਉੱਤੇ ਹੈ। ਉਹ ਫਿਰ ਕਿਹੜੀਆਂ ਕਿਹੜੀਆਂ ਸੀ ਬਾਬਾ ਪ੍ਰੇਮ ਸਿੰਘ ਜੀ ਨੇ ਪੁੱਛਿਆ ਸੀ ਤੇ ਸੰਤ ਨੈਣ ਜੀ ਨੇ ਨਾਲ ਦੱਸਤਾ, ਨਾਲ ਇਹਨਾਂ ਦਾ ਜੀਵਨ ਦੱਸਤਾ ਕਿ ਸੁਨੋ ਸੱਜਣ ਚਿੱਤ ਲਾਏ ਕੇ ਭਾਵ ਪ੍ਰਸੰਗ ਜਿਸ ਪਾਏ। ਭਾਈ ਇਹਨਾਂ ਦਾ ਜਿਵੇਂ ਪ੍ਰਸੰਗ ਹੈ। ਹੁਣ ਸੰਤ ਨੈਣ ਜੀ ਕੀ ਲਿਖਦੇ ਹੋ ਸਰਵਣ ਕਰੀਏ। ਚੌਪਈ ਮੂਸਾ ਰਾਠ ਹੁਤੋ ਇੱਕ ਭਾਰੀ। ਜਿਵੇਂ ਪਠਾਨ ਕਿਹਾ ਜਾਂ ਰਾਠ, ਇਹ ਰਾਠ ਰਾਜਪੂਤਾਂ ਵਿੱਚ ਆ ਜਾਂਦੇ ਹਨ ਕਿ ਬੜਾ ਵੱਡਾ ਇੱਕ ਤਕੜਾ ਰਾਠ ਸੀ। ਸ਼ਾਹ ਸਵਾਰ ਸੁੰਦਰ ਬਲਕਾਰੀ। ਸ਼ਾਹ ਸਵਾਰ ਸੀ, ਸੋਹਣਾ ਸੁੰਦਰ ਤੇ ਬਲ ਵਾਲਾ। ਭਈ ਸਗਾਈ ਤਿਸ ਇੱਕ ਥਾਏ। ਇੱਕ ਜਗ੍ਹਾ ਇਹਦੀ ਸਗਾਈ ਹੋ ਗਈ। ਕੋਈ ਕੁਧਰਮੀ ਤਬ ਉਤ ਜਾਏ। ਕੋਈ ਧਰਮ ਤੋਂ ਹੀਣਾ ਫਿਰ ਕਿਤੇ ਉਧਰ ਜਾ ਕਰਕੇ ਮੂਸੇ ਸਸੁਰੇ ਕੋ ਸਿਖਲਾਇਓ। ਮੂਸੇ ਦੇ ਸਹੁਰੇ ਨੂੰ, ਪਰਿਵਾਰ ਨੂੰ ਉਹਨੇ ਸਿਖਾਇਆ ਹੈ। ਅਮਕਾ ਰਾਣਾ ਵੱਡ ਲੱਖ ਪਾਇਓ ਕਿ ਤੂੰ ਕਿੱਥੇ ਲੜਕੀ ਮੰਗ ਦਿੱਤੀ। ਉਹ ਫਲਾਣਾ ਇੱਕ ਵੱਡਾ ਸੌਦਾਗਰ ਸ਼ਾਹੂਕਾਰ ਰਾਜਾ ਹੈ, ਉਹ ਬਹੁਤ ਵੱਡਾ ਜਾਣਿਆ ਜਾਂਦਾ ਹੈ। ਭਰਮ ਗਇਓ ਮੂਸੇ ਤੇ ਬਹੁ ਅਦਕ ਲਖੀਜੈ। ਇਹ ਕਿਹਾ ਵਿਚਲੇ ਬੰਦੇ ਨੇ ਕਿ ਦੇਖ ਤੂੰ ਐਵੇਂ ਆਪਣੀ ਲੜਕੀ ਮੂਸੇ ਨਾਲ ਮੰਗਤੀ, ਜਿਹਦੇ ਬਾਰੇ ਤੈਨੂੰ ਮੈਂ ਦੱਸਦਾ, ਉਹ ਤੂੰ ਮੂਸੇ ਨਾਲੋਂ ਵੀ ਵੱਡਾ ਜਾਣ ਲੈ। ਨਿਜ ਤਨ ਜਾ ਰਾਣੇ ਕੋ ਦੀਜੈ। ਆਪਣੀ ਲੜਕੀ ਉਸ ਰਾਜੇ, ਉਸ ਸ਼ਾਹੂਕਾਰ, ਉਸ ਰਾਣੇ ਨਾਲ ਵਿਆਹ ਦੇ। ਭਰਮ ਗਇਓ ਮੂਸੇ ਸਸੁਰਾਰ। ਤਾਂ ਮੂਸੇ ਦਾ ਜਿਹੜਾ ਸਹੁਰਾ ਪਰਿਵਾਰ ਸੀ ਇਸ ਭਰਮ ਵਿੱਚ ਆ ਗਿਆ। ਦੀਨੇ ਤਨ ਜਾ ਧਰਮ ਵਿਗਾਰ। ਆਪਣਾ ਧਰਮ ਛੱਡ ਕਰਕੇ ਧਰਮ ਵਿਗਾੜ ਕੇ, ਭਾਵ ਜਿੱਥੇ ਹੁਣ ਰਾਓ ਲੜਕੀ ਮੰਗੀ ਸੀ ਉੱਥੋਂ ਆਪਣੀ ਮਰਜ਼ੀ ਨਾਲ ਕਿਤੇ ਹੋਰ ਵਿਆਹ ਦੇਣੀ, ਇਹ ਵੀ ਧਰਮ ਛੱਡਣਾ ਹੈ। ਤਾਂ ਉਹ ਧਰਮ ਵਿਗਾੜ ਕੇ ਆਪਣੀ ਜਿਹੜੀ ਲੜਕੀ ਸੀ ਉਹਦਾ ਹੱਥ, ਉਹਦਾ ਮੰਗਣਾ, ਉਹਦਾ ਸ਼ਗਨ ਹੋਰ ਜਗ੍ਹਾ ਕਰ ਦਿੱਤਾ। ਵਿਆਹ ਭਇਓ ਰਾਣੇ ਸੰਗ ਜਾਏ। ਤੇ ਉਹ ਸ਼ਾਹੂਕਾਰ ਰਾਜੇ ਨਾਲ ਉਸ ਲੜਕੀ ਦਾ ਵਿਆਹ ਹੋ ਗਿਆ। ਮੂਸਾ ਖਬਰ ਪਾਏ ਕ੍ਰੋਧ ਥਾਏ। ਤਾਂ ਮੂਸੇ ਨੂੰ ਜਦੋਂ ਖਬਰ ਮਿਲੀ ਤੇ ਬਹੁਤ ਕ੍ਰੋਧ ਵਿੱਚ ਹੋਇਆ। ਨਿਜ ਭਾਈਚਾਰਾ ਸੰਗ ਲੀਨ। ਆਪਣਾ ਭਾਈਚਾਰਾ ਇਹਨੇ ਸੰਗ ਨਾਲ ਲਿਆ ਹੈ। ਰਾਣੇ ਪਰ ਚੜਾਈ ਸਭ ਕੀਨ। ਤੇ ਉਸ ਰਾਜੇ ਦੇ ਉੱਤੇ ਉਹ ਸ਼ਾਹੂਕਾਰ ਤੇ ਨੇ ਚੜਾਈ ਕਰ ਦਿੱਤੀ। ਫਤਿਹ ਪਾਈ ਰਾਣਾ ਗਹਿਲੀਨ। ਉਹ ਫਤਿਹ ਪਾ ਲਈ, ਉਹ ਤੇ ਉਹ ਸ਼ਾਹੂਕਾਰ ਗ੍ਰਹਿ ਜਿਹੜਾ ਹੈ ਗ੍ਰਿਫਤਾਰ ਕਰ ਲਿਆ। ਨਿਜ ਮੰਗਨੀ ਭੀ ਕੈਦ ਸ਼ੌਕੀਨ। ਉਹ ਲੜਕੀ ਜਿਹੜੀ ਇਹਦੀ ਮੰਗੇਤਰ ਸੀ ਮੂਸੇ ਦੀ, ਉਹ ਵੀ ਕੈਦ ਕਰ ਲਈ। ਲੈ ਆਇਓ ਨਿਜ ਗ੍ਰਹਿ ਕੇ ਮਾਹੇ। ਤੇ ਆਪਣੇ ਘਰ ਵਿੱਚ ਉਹਨਾਂ ਨੂੰ ਲੈ ਆਇਆ ਹੈ। ਪੂਛਤ ਭਇਓ ਮੰਗਨੀ ਥਾ ਤਾਹੇ। ਤਾਂ ਉਸ ਮੰਗਣੀ, ਉਸ ਭਾਵ ਲੜਕੀ ਨੂੰ ਪੁੱਛਦਾ ਹੈ, ਤੂੰ ਥੀ ਮੰਗ ਮੇਰੀ ਵਿਚਾਰ। ਤੂੰ ਇਹ ਗੱਲ ਵਿਚਾਰ ਕੇ ਤੂੰ ਤੇ ਮੇਰੀ ਮੰਗ ਸੀ। ਕਿਉਂ ਵਿਆਹੀ ਤੂੰ ਰਾਣੇ ਨਾਰ। ਤੂੰ ਇਸ ਰਾਜੇ ਇਸ ਰਾਣੇ ਨਾਲ ਕਿਉਂ ਵਿਆਹੀ। ਕਹਿਤ ਭਈ ਇਹੋ ਬਸ ਮੋਹਿ ਨਾਹੇ। ਉਹ ਕਹਿਣ ਲੱਗੀ ਕਿ ਮੇਰੇ ਕੋਈ ਵੱਸ ਦੀ ਗੱਲ ਨਹੀਂ। ਜਸ ਤੋਹਿ ਮੰਗਨੀ ਤਥਾ ਵਿਆਹੀ। ਵੀ ਜਸ ਤੋਹਿ ਮੰਗਣੀ, ਜਿਵੇਂ ਤੇਰੇ ਨਾਲ ਮੰਗੀ ਉਸੇ ਤਰ੍ਹਾਂ ਮੈਨੂੰ ਚਾਹੇ ਤੇਰੇ ਨਾਲ ਵਿਆਹ ਦਿੰਦੇ। ਜਿਵੇਂ ਵੀ ਹੈ, ਜਿੱਥੇ ਮੈਨੂੰ ਮੰਗਿਆ ਤੇ ਮੈਨੂੰ ਵਿਆਹ ਤਾਂ ਮੇਰੇ ਮਾਤਾ ਪਿਤਾ ਦੇ ਵੱਸ ਹੈ। ਪੁਨਾ ਕਹਿਓ ਅਬ ਕਹਾਂ ਰਜਾਏ।
ਫੇਰ ਇਹ ਪੁੱਛਦਾ ਵੀ ਹੁਣ ਦੱਸ ਤੇਰੀ ਕੀ ਇੱਛਾ ਹੈ। ਨਾਰ ਬਨੋ ਕਹਿ ਨਹਿ ਬਤਲਾਈ, ਤੂੰ ਮੇਰੀ ਇਸਤਰੀ ਬਣੇਗੀ ਜਾਂ ਨਹੀਂ ਬਣੇਗੀ ਇਹ ਦੱਸ। ਸੁਨ ਕੈਦਨ ਨੇ ਕਹਿਓ ਤਦਾਏ, ਤਾਂ ਉਹ ਕੈਦ ਵਿੱਚ ਇਹਦੀ ਮੰਗੇਤਰ ਜਿਹੜੀ ਲੜਕੀ ਸੀ ਉਹਨੇ ਕਿਹਾ, ਸੁਨੋ ਰਾਠ ਮਮ ਬਸ ਕਿਛ ਨਾਏ। ਕਹਿਣ ਲੱਗੀ ਹੈ ਮੂਸੇ ਰਾਠ, ਸੁਣ ਹੁਣ ਮੇਰੇ ਕੋਈ ਵਸ ਨਹੀਂ, ਮੈਂ ਤੇਰੀ ਕੈਦ ਵਿੱਚ ਹਾਂ। ਨਾਰ ਤੋਹੋਂ ਰਾਣੀ ਕੀ ਆਹੋ, ਪਰ ਹੁਣ ਮੇਰਾ ਵਿਆਹ ਹੈ ਇਸ ਸ਼ਾਹੂਕਾਰ ਰਾਜੇ ਨਾਲ ਹੋ ਚੁੱਕਿਆ, ਮੈਂ ਇਹਦੀ ਇਸਤਰੀ ਬਣ ਚੁੱਕੀ ਹਾਂ। ਹਤੋ ਤੋ ਹਤੋ ਅਧਰਮ ਨ ਗਹੋ, ਮਾਰਨਾ ਤਾਂ ਬੇਸ਼ੱਕ ਮੈਨੂੰ ਮਾਰ ਦੇ, ਪਰ ਮੈਂ ਹੁਣ ਇਹ ਧਰਮ ਨਹੀਂ ਕਮਾਉਣਾ ਚਾਹੁੰਦੀ, ਇਹਨੂੰ ਛੱਡ ਕੇ ਕਿਸੇ ਦੇ ਹੋਰ ਨਹੀਂ ਬਸਣਾ ਹੈ। ਸੁਨ ਪਵਿੱਤਰਤਾ ਕੀ ਅਸਬਾਨੀ, ਤਾਂ ਇਸ ਤਰ੍ਹਾਂ ਪਵਿੱਤਰਤਾ ਦੇ ਉਹਦੇ ਬੋਲ ਸੁਣ ਕੇ ਮੂਸਾ ਕੇ ਮਨ ਸ਼ਾਂਤੀ ਆਨੀ, ਮੂਸੇ ਦੇ ਮਨ ਵਿੱਚ ਸ਼ਾਂਤੀ ਆਈ ਹੈ। ਬੰਦ ਖਲਾਸ ਰਾਣੇ ਤਿਸ ਕੀਨ, ਤੇ ਇਹਦੇ ਸਮੇਤ ਇਹਦੇ ਪਤੀ ਸ਼ਾਹੂਕਾਰ ਰਾਜੇ ਨੂੰ ਇਹਨੇ ਛੱਡ ਦਿੱਤਾ, ਦੋਹਾਂ ਦੀ ਬੰਦ ਖਲਾਸੀ ਕਰ ਦਿੱਤੀ। ਬਸਨ ਰੋ ਧਨ ਦੇ ਬੇਦਾ ਸ਼ੌਕੀਨ, ਤੇ ਨਾਲ ਬਸਤਰ ਤੇ ਧਨ ਦੇ ਕੇ ਉਹਨਾਂ ਨੂੰ ਵਿਦਾ ਕੀਤਾ ਹੈ। ਵਾਰ ਢਾਡੀਆਂ ਨਕੀਨ ਬਣਾਵਨ, ਤਾਂ ਢਾਡੀਆਂ ਨੇ ਇਹਨਾਂ ਦੀ ਵਾਰ ਬਣਾ ਕੇ ਗਾਇਨ ਕੀਤੀ। ਮੂਸੇ ਰਾਠ ਹਕੀਨ ਸੁਨਾਵਨ, ਮੂਸੇ ਰਾਠ ਦੀ ਇਹ ਵਾਰ ਸੁਣਾਈ ਹੈ। ਬਹੁਤ ਇਨਾਮ ਸੁਭਾਵਤ ਭਈ, ਬਹੁਤ ਹੀ ਇਨਾਮ ਜਿਹੜਾ ਹੈ ਪਾਉਣ ਲੱਗੇ, ਭਾਵ ਜਿੱਥੇ ਕੋਈ ਸੁਣਾਉਂਦੇ ਸੀ ਇਨਾਮ ਮਿਲਦਾ ਸੀ। ਮੂਸਾ ਰਾਠ ਜਗਤ ਪ੍ਰਗਟੈ, ਤੇ ਮੂਸਾ ਰਾਠ ਜਿਹੜਾ ਸੀ ਇਹ ਜਗਤ ਦੇ ਵਿੱਚ ਪ੍ਰਗਟ ਹੋ ਗਿਆ। ਦੋਹਰਾ ਮੂਸੇ ਕੀ ਸੁਨ ਬਾਰ ਗੁਰ, ਕਾਨੜੇ ਵਾਰ ਚੜਾਏ। ਤੋ ਇਹ ਮੂਸੇ ਦੀ ਵਾਰ ਦੀ ਧੁਨੀ, ਜਦੋਂ ਮੂਸੇ ਦੀ ਵਾਰ ਸੁਣੀ ਇਹ ਧੁਨ ਫਿਰ ਮਹਾਰਾਜ ਨੇ ਕਾਨੜੇ ਦੀ ਵਾਰ ਵਿੱਚ ਚੜਵਾਈ ਹੈ। ਨਾਵ ਧੁਨ ਕੀ ਆਸ ਗਾਥ ਭੀ, ਜੋ ਗੁਰ ਗ੍ਰੰਥ ਚੜਾਏ। ਸੰਤ ਰੇਣ ਜੀ ਕਹਿੰਦੇ, ਹੇ ਬਾਬਾ ਪ੍ਰੇਮ ਸਿੰਘ ਬੇਦੀ ਸਰੋਤਾ ਜਨੋ, ਆ 9 ਧੁਨੀਆਂ ਇਸ ਤਰ੍ਹਾਂ ਇਹ ਕਥਾ ਹੈ, 9 ਧੁਨਾਂ ਜਿਹੜੀਆਂ ਚਾੜੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਦੋਹਰਾ ਰਾਜ ਮਹਿਲ ਕੇ ਪੁਰ, ਰਾਜ ਮਹਿਲ ਪੁਰ ਕੇ ਵਿਖੈ, ਭਾਨੂ ਬਹਿਲ ਬਸੰਤ। ਤੇ ਇਹ ਰਾਜ ਮਹਿਲਪੁਰ ਦੇ ਵਿੱਚ ਇੱਕ ਭਾਨੂ ਬਹਿਲ ਨਾਮ ਦਾ ਜਿਹੜਾ ਵਿਅਕਤੀ ਆ ਉਹ ਵਸਦਾ ਸੀ। ਹੁਣ ਅੱਗੇ ਪ੍ਰਸੰਗ ਭਾਈ ਭਾਨੂ ਜੀ ਦਾ ਚੱਲ ਪਿਆ ਹੈ। ਭਾਉ ਭਗਤ ਸਿੱਖੀ ਧਰੀ, ਵਰਤੈ ਹੈ ਗੁਰੂ ਮਤੰਤ। ਤੇ ਇਹਨੇ ਪ੍ਰੇਮਾ ਭਗਤੀ ਧਾਰਨ ਕਰਕੇ ਗੁਰੂ ਸਾਹਿਬ ਦੀ ਸਿੱਖੀ ਧਾਰਨ ਕਰ ਲਈ ਭਾਈ ਭਾਨੂ ਜੀ ਨੇ। ਵਰਤੈ ਹੈ ਗੁਰੂ ਮਤੰਤ, ਗੁਰੂ ਦੀ ਮਤੰਤ ਕਹੀਏ ਸਲਾਹ ਮਸ਼ਵਰਾ, ਗੁਰੂ ਦੇ ਉਪਦੇਸ਼ ਮੁਤਾਬਕ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੱਤੀ। ਚੌਪਈ ਸਿਮਰੈ ਹੈ ਵਾਹਿਗੁਰੂ ਸਤਿਨਾਮੁ, ਵਾਹਿਗੁਰੂ ਸਤਿਨਾਮ ਦਾ ਸਿਮਰਨ ਕਰਦਾ ਹੈ। ਵੰਡ ਖਾਏ ਜੋ ਹੋਵੈ ਧੰਮ, ਜਿਹੜਾ ਕੁਝ ਇਹਦੇ ਘਰ ਵਿੱਚ ਹੁੰਦਾ ਹੈ ਉਹ ਵੰਡ ਕੇ ਛਕਦਾ ਹੈ। ਗੁਰ ਸ੍ਰੀ ਹਰਿ ਗੋਬਿੰਦ ਢਿਗ ਆਇਓ, ਇਹ ਭਾਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਆਇਆ ਹੈ। ਧਰ ਅਕੋਰ ਕੋ ਸੀਸ ਨਿਵਾਇਓ, ਮਹਾਰਾਜ ਦੇ ਚਰਨਾਂ 'ਚ ਭੇਟਾ ਰੱਖੀ ਹੈ ਤੇ ਸੀਸ ਨਵਾਇਆ, ਮੱਥਾ ਟੇਕਿਆ ਹੈ। ਭੂਜਨ ਕੀਨੇ ਜਲਦ ਬਿਬੇਕ, ਗਿਆਨ ਦੇ ਸਮੁੰਦਰ ਸਤਿਗੁਰਾਂ ਜੀ ਨੂੰ ਇਹਨੇ ਪੁੱਛਿਆ। ਸ਼ਾਸਤਰਨ ਮਤ ਜੋ ਅਹੈ ਅਨੇਕ,
ਕਹਿਣ ਲੱਗਿਆ ਮਹਾਰਾਜ ਵੀ ਸ਼ਾਸਤਰਾਂ ਦੇ ਮਤ ਦੇ ਵਿੱਚ ਅਨੇਕਾਂ ਇਸ ਤਰ੍ਹਾਂ ਦਾ ਉਪਦੇਸ਼ ਹੈ। ਕੋ ਤਪ ਤੀਰਥ ਮਹਿਮਾ ਗਾਵੇ। ਕੋਈ ਸ਼ਾਸਤਰ ਕਹਿੰਦਾ ਤਪ ਕਰਨਾ ਬਹੁਤ ਚੰਗੀ ਗੱਲ ਹੈ। ਕੋਈ ਸ਼ਾਸਤਰ ਕਹਿੰਦਾ ਮਹਾਰਾਜ ਤੀਰਥ ਤੇ ਜਾਣਾ, ਇਸ਼ਨਾਨ ਕਰਨੇ ਬਹੁਤ ਉਹਦੀ ਮਹਿਮਾ ਗਾਉਂਦੇ ਹਨ। ਕੋ ਬ੍ਰਤ ਨਿਮਨ ਕਰੋ ਬਤਾਵੇ। ਕੋਈ ਕਹਿੰਦਾ ਇਹਨੇ ਇਸ ਤਰ੍ਹਾਂ ਢੰਗ ਨਾਲ ਵਰਤ ਰੱਖੋ, ਤੇ ਕੋਈ ਧਰਮ ਗ੍ਰੰਥ ਸ਼ਾਸਤਰ ਕਹਿੰਦਾ ਕਿ ਨੇਮ ਇਸ ਤਰ੍ਹਾਂ ਨਿਭਾਵੋ, ਸੰਜਮ ਕਰੋ। ਕਿਉਂ ਦੱਸਦੇ ਹਨ, ਜਗ ਹੋਮ ਕੋ ਕਰਹਿ ਵਿਸਾਲ। ਕੋਈ ਕਹਿੰਦਾ ਇਸ ਤਰ੍ਹਾਂ ਜਗ ਕਰੋ ਤਾਂ ਫਲ ਮਿਲਦਾ, ਕੋਈ ਕਹਿੰਦਾ ਹੋਮ ਕਰੋ ਤਾਂ ਪ੍ਰਾਪਤ ਹੁੰਦਾ ਮਹਾਨ ਫਲ। ਕੋ ਕਹਿ ਦਾਨ ਕਰੋ ਬਿਦ ਨਾਲ। ਤੇ ਕੋਈ ਕਹਿੰਦਾ ਵੀ ਵਿਧੀ ਤਰੀਕੇ ਸਹਿਤ ਦਾਨ ਕਰੋ, ਵਿਧੀ ਦੇ ਨਾਲ ਕਰਨਾ ਚਾਹੀਦਾ ਹੈ। ਵਡਿਆਈ ਸਤਿਗੁਰ ਕੇ ਧਾਮ। ਹੁਣ ਦੇਖੋ ਵੱਖ-ਵੱਖ ਸ਼ਾਸਤਰਾਂ ਵਿੱਚ ਕਿਸੇ ਨੇ ਭਾਵ ਜਿਹੜਾ ਹੈ ਤਪ ਨੂੰ ਵਡਿਆਈ ਦਿੱਤੀ, ਕਿਸੇ ਸ਼ਾਸਤਰ ਨੇ ਤੀਰਥ ਇਸ਼ਨਾਨ ਨੂੰ, ਕਿਸੇ ਨੇ ਵਰਤ ਨੇਮ ਨੂੰ ਕਿ ਇਹ ਕਰਨੇ, ਕਿਸੇ ਨੇ ਜਗ ਹੋਮ, ਕਿਸੇ ਨੇ ਕਿਹਾ ਵਿਧੀ ਸਹਿਤ ਦਾਨ ਮਹਾਨ। ਵੀ ਅਲੱਗ-ਅਲੱਗ ਕੰਮਾਂ ਦੀ ਜਿਹੜੀ ਹੈ ਇਹ ਧਰਮ ਕਰਮਾਂ ਦੀ ਵਡਿਆਈ ਵੱਖ-ਵੱਖ ਗ੍ਰੰਥਾਂ ਵਿੱਚ ਦਿੱਤੀ। ਵਡਿਆਈ ਸਤਿਗੁਰ ਕੇ ਧਾਮ। ਪਰ ਜੋ ਗੁਰੂ ਨਾਨਕ ਦੇ ਪਾਤਸ਼ਾਹ ਸਤਿਗੁਰੂ ਦੇ ਘਰ ਵਿੱਚ ਵਡਿਆਈ ਹੈ, ਕੇਵਲ ਸਿਮਰਨ ਕੋ ਸਤਨਾਮ। ਕੇਵਲ ਪਰਮੇਸ਼ਰ ਦੇ ਸੱਚੇ ਨਾਮ ਦਾ ਸਿਮਰਨ ਦੀ ਵਡਿਆਈ ਹੈ। ਅੰਤਰ ਇਨ ਮਹਿ ਕਿਤਕ ਬਤਾਵਹੁ। ਤੋ ਮਹਾਰਾਜ ਜੀ ਦੇ ਵਿੱਚ ਕਿੰਨਾ ਅੰਤਰ ਹੈ, ਫਰਕ ਹੈ, ਉਹ ਦੱਸਣਾ ਕਰੋ। ਕਿਮ ਮਹਿਮਾ ਸਤਨਾਮ ਵਧਾਵੋ। ਵੀ ਜੋ ਬਾਕੀ ਕਰਮ ਧਰਮ ਨਾਲੋਂ ਜੋ ਸੱਚੇ ਨਾਮ ਦੇ ਸਿਮਰਨ ਦੀ ਮਹਿਮਾ ਹੈ ਉਹ ਕਿਵੇਂ ਵੱਧ ਹੈ। ਸ੍ਰੀ ਮੁਖ ਤੇ ਸੁਨ ਬਾਕ ਬਖਾਨਾ। ਤਾਂ ਸੁਭਾਏਮਾਨ ਮੁਖ ਤੋਂ ਸੁਣ ਕਰ, ਸ੍ਰੀ ਮੁਖ ਤੇ ਸੁਣ। ਸੁਭਾਏਮਾਨ ਮੁਖ ਦੇ ਨਾਲ ਮਹਾਰਾਜ ਨੇ ਇਹ ਬਚਨ ਉਸ ਤੋਂ ਬੇਨਤੀ ਸੁਣ ਕੇ ਕਹੇ ਹਨ। ਜੁਗਤ ਸੁਨੋ ਹੇ ਭਾਨੂ ਕੰਨ। ਹੇ ਭਾਈ ਭਾਨੂ ਜੀ, ਆਪਣੇ ਕੰਨੀ ਇਹ ਜੁਗਤੀ ਸੁਣ ਲਵੋ। ਸਤ ਨਾਮ ਏਕਾਂਗ ਪਛਾਨੋ। ਜੋ ਸੱਚੇ ਨਾਮ ਦਾ ਸਿਮਰਨ ਹੈ ਨਾ, ਨਾਮ ਸਿਮਰਨ, ਇਹ ਮਹਾਰਾਜ ਕਹਿੰਦੇ ਏਕਾ ਜਾਣ ਲੈ। ਅਪਹੁ ਕਰਮ ਸਭ ਸੂਨ ਸਮਾਨੋ। ਤੇ ਜਿਹੜੇ ਬਾਕੀ ਕਰਮ ਨੇ, ਜਿੰਨੇ ਵੀ ਧਰਮ ਕਰਮ ਹੈ, ਉਹ ਸਿਫਰਾਂ ਜਾਣ ਲੋ। ਸੂਨ ਕਹੀਏ ਸ਼ੂਨੈ, ਸਿਫਰ ਜ਼ੀਰੋ, ਉਹ ਜਾਣ ਲੈ ਕੇ ਬਾਕੀ ਜ਼ੀਰੋ ਹਨ। ਜੇ ਏਕਾਂਗ ਪੂਰਬ ਲਿਖ ਦੇ ਹੋ। ਭਾਵ ਹੈ ਕਿ ਜੇ ਕੋਈ ਦੇਖੋ ਸਿਮਰਨ ਨਹੀਂ ਕਰਦਾ, ਧਰਮ ਕਰਮ ਕਰਦੇ ਆ, ਦਾਨ ਪੁੰਨ ਸਾ ਹੋਰ ਜਿੰਨੇ ਵੀ ਹੈ, ਆ ਜਿਹੜਾ ਸਤਸੰਗ ਹੈ ਨਾ, ਇਹ ਵੀ ਸਿਮਰਨ ਦਾ ਹਿੱਸਾ ਹੈ। ਜਿਹੜਾ ਆਪਾਂ ਸਤਸੰਗ ਕਰਦੇ ਆ, ਇਹ ਵੀ ਗੁਰਮੁਖੋ ਸਿਮਰਨ ਦਾ ਹਿੱਸਾ ਹੈ। ਬਾਕੀ ਕੋਈ ਦਾਨ ਕੀਤਾ, ਕੋਈ ਜਗ ਕੀਤਾ, ਕੋਈ ਤਪ ਕੀਤਾ, ਵਿਸ਼ੇਸ਼ ਮੰਤਰ ਜਾਂ ਪੁੱਠਾ ਲਟਕਿਆ ਜਾਂ ਹੋਰ ਇਹੋ ਜਿਹੇ, ਤੇ ਕੋਈ ਹੋਰ ਸਾਧਨ ਕਰ ਲੇ, ਸੰਜਮ ਰੱਖ ਲੇ। ਸੰਜਮ ਹੁੰਦੇ ਆ ਵੀ ਇੰਦਰੀਆਂ ਦਾ ਸੰਜਮ, ਇੰਨਾ ਸਮਾਂ 40 ਦਿਨ ਗੱਲ ਨਹੀਂ ਕਰਨੀ ਕਿਸੇ ਨਾਲ, ਜਾਂ 40 ਦਿਨ ਫਲਾਣੇ ਅੰਦਰ ਹੀ ਬੈਠਣੇ, ਬਾਹਰ ਨਹੀਂ ਨੇ। ਇਹ ਸਾਰੇ ਧਰਮ ਕਰਮ ਜਿਹੜੇ ਇਹ ਮਹਾਰਾਜ ਕਹਿੰਦੇ ਆ ਕੋਈ ਜ਼ੀਰੋਆਂ ਲਿਖੀ ਜਾਂਦਾ ਹੈ। ਹੁਣ ਜੇ ਕੱਲੀਆਂ ਜ਼ੀਰੋਆਂ ਨੇ ਉਹਨਾਂ ਦਾ ਕੋਈ ਮੁੱਲ ਨਹੀਂ, ਪਰ ਜ਼ੀਰੋ ਦੇ ਅੱਗੇ ਏਕਾ ਲੱਗ ਜੇ ਤਾਂ ਉਸ ਜ਼ੀਰੋ ਦਾ ਵੀ 10 ਗੁਣਾ ਮੁੱਲ ਪੈ ਜਾਂਦਾ ਹੈ। ਏਕਾ ਸਿਮਰਨ ਜਿਹੜਾ ਏਕਾ ਹੈ, ਜੇ ਅਸੀਂ ਨਾਮ ਸਿਮਰਨ ਕਰਦੇ ਹਾਂ, ਸਤਸੰਗੀ ਜੀਵਨ ਹੈ ਨਾ, ਤਾਂ ਜਿਹੜੇ ਬਾਕੀ ਧਰਮ ਕਰਮ ਹੈ, ਕੋਈ ਦਾਨ ਕਰਨਾ, ਹੋਰ ਸੇਵਾ ਕਰਨੀ, ਉਹ ਗੁਰਮੁਖੋ 10 ਗੁਣਾ ਫਲ ਮਿਲਦਾ ਉਹਨਾਂ ਦਾ। ਤੇ ਜੇ ਅਸੀਂ ਸਤਸੰਗੀ ਸਿਮਰਨ ਵਾਲੇ ਨਹੀਂ ਹਾਂ ਤਾਂ ਉਹ ਕਰਮ ਦਾ ਫਲ ਨਹੀਂ ਮਿਲਦਾ। ਇੰਨਾ ਫਰਕ ਹੈ। ਸਿਮਰਨ ਬਾਕੀ ਧਰਮ ਕਰਮਾਂ ਨੂੰ ਵੀ 10 ਗੁਣਾ ਫਲੀਭੂਤ ਕਰ ਦਿੰਦਾ ਹੈ। ਇਹ ਸਤਿਗੁਰੂ ਨੇ ਤਾਂ ਸਿਮਰਨ ਦੀ ਮਹਾਨਤਾ ਦੱਸੀ ਹੈ। ਆਪਹੁ ਕਰਮ ਸਭ ਸੂਨ ਸਮਾਨੋ।
ਮਹਾਰਾਜ ਕਹਿੰਦੇ ਸਤਨਾਮ ਏਕਾਂਗ ਪਛਾਨੋ, ਅਪਹੁ ਕਰਮ ਸਭ ਸੂਨ ਸਮਾਨੋ। ਸੱਚੇ ਨਾਮ ਦਾ ਜੋ ਨਾਮ ਹੈ ਭਾਈ, ਸੱਚਾ ਨਾਮ ਪਰਮੇਸ਼ਰ ਦਾ, ਇਹ ਏਕਾ ਪਛਾਣ ਲੈ, ਬਾਕੀ ਕਰਮ ਜੀਰੋ ਜਾਣ ਲੈ। ਜੇ ਏਕਾਂਗ ਪੂਰਬ ਲਿਖ ਦੇਹੁ, ਜੇ ਏਕਾ ਪਹਿਲਾਂ ਲਿਖ ਦਈਏ, ਸੂਨ ਲੱਗੇ 10 ਗੁਣੈ ਵਧੇਹੁ। ਫੇਰ ਉਹਦੇ ਨਾਲ ਸਿਫਰ ਲੱਗ ਜੇ ਤਾਂ ਉਹ 10 ਗੁਣਾ ਵੱਧ ਜਾਂਦਾ। ਜੇ ਏਕਾਂਗ ਪੂਰਬ ਲਿਖ ਨਾਹੀ, ਜੇ ਭਾਈ ਹੁਣ ਸਿਫਰਾਂ ਤੇ ਲਿਖੀਆਂ ਪਰ ਮੂਰੇ ਅੱਗੇ ਪਹਿਲਾਂ ਏਕਾ ਨਹੀਂ ਲਿਖਿਆ, ਕੇਵਲ ਸੂਨ ਲਿਖਤ ਹੀ ਜਾਹੀ। ਕੇਵਲ ਤੇ ਕੇਵਲ ਸਿਫਰਾਂ ਲਿਖੀ ਜਾਂਦਾ ਹੈ। ਸੋ ਸਭ ਖਾਲੀ ਕੁਛ ਨਹਿ ਸਰੈ, ਤਾਂ ਉਹ ਫਿਰ ਖਾਲੀ ਰਹਿ ਜਾਂਦੀਆਂ, ਉਹਦਾ ਕੁਝ ਨਹੀਂ ਸਰਦਾ। ਹੁਣ ਚਾਹੇ ਕਿੰਨੀਆਂ ਮਰਜ਼ੀ ਸਿਫਰਾਂ ਲਿਖ ਲਓ, ਪਰ ਉਹਦਾ ਕੋਈ ਜੋੜ ਤਾਂ ਨਹੀਂ ਹੋਣਾ। ਉਹਨਾਂ ਨੂੰ ਜੋੜੋਗੇ ਫਿਰ ਸਿਫਰ ਹੈ। ਗਿਣਤੀ ਮਹਿ ਕੋਊ ਨਹਿ ਪਰੈ, ਉਹ ਕਿਸੇ ਗਿਣਤੀ ਵਿੱਚ ਨਹੀਂ ਆਉਂਦੀਆਂ ਹਨ। ਤਿਮ ਸਤ ਨਾਮ ਬਿਨਾ ਸਭ ਬਾਦ, ਇਸੇ ਤਰ੍ਹਾਂ ਸੱਚੇ ਨਾਮ ਦੇ ਸਿਮਰਨ ਤੋਂ ਬਿਨਾ ਸਭ ਬੇਅਰਥ ਹੈ। ਜਪੋ ਨਾਮ ਸਿੱਖ ਲਹੋ ਅਹਿਲਾਦ, ਇਸ ਕਰਕੇ ਭਾਈ ਗੁਰ ਸਿੱਖੋ, ਨਾਮ ਦਾ ਜਾਪ ਕਰੋ ਤੇ ਆਨੰਦ ਖੁਸ਼ੀ ਦੀ ਪ੍ਰਾਪਤੀ ਕਰੋ। ਜੇ ਏਕਾਂਗ ਪਰ ਸੂਨ ਲਿਖਾਏ ਨਾ, ਜੇ ਹੁਣ ਏਕੇ ਦੇ ਨਾਲ ਭਾਈ ਜੀਰੋ ਨਾ ਲਿਖੀਏ, ਹੋਏ ਨਾ 10 ਗੁਣ ਤੋ ਇੱਕ ਜਾਏ ਨਾ। ਉਹ ਠੀਕ ਹੈ ਵੀ 10 ਗੁਣਾ ਤਾਂ ਨਹੀਂ ਹੋ, ਪਰ ਏਕਾ ਤਾਂ ਨਹੀਂ ਜਾਂਦਾ ਹੈ ਨਾ, ਉਹ ਤਾਂ ਉਸੇ ਤਰ੍ਹਾਂ ਕਾਇਮ ਦੈਮ ਹੈ। ਅਪਰ ਜੁਗਨ ਕੇ ਧਰਮ ਸਰਬ ਹੈ, ਹੋਰ ਜਿਹੜੇ ਯੁੱਗ ਨੇ ਉਹਨਾਂ ਦੇ ਸਾਰੇ ਜਿਹੜੇ ਧਰਮ ਹਨ, ਬਲੀ ਵਿਸਾਲ ਸਮੂਹ ਦਰਬ ਹੈ। ਉਹ ਬਹੁਤ ਬਲੀ ਹਨ, ਬਹੁਤ ਬਲ ਵਾਲੇ ਹਨ, ਤੇ ਬਹੁਤ ਹੀ ਮਹਾਰਾਜ ਕਹਿੰਦੇ ਦੇਖੋ ਕੋਈ ਜੱਗ ਵਗੈਰਾ ਕਰਨੇ ਹੁੰਦੇ, ਉਹ ਭਾਈ ਕੋਈ ਬਲੀ ਹੋਵੇ ਵੱਡਾ ਉਹ ਕਰ ਸਕਦਾ, ਜਾਂ ਬਹੁਤ ਧਨ ਹੋਵੇ। ਕਲ ਮਹਿ ਕੇਵਲ ਹੈ ਸਤਨਾਮ, ਕਲਯੁਗ ਦੇ ਵਿੱਚ ਕੇਵਲ ਤੇ ਕੇਵਲ ਸੱਚੇ ਨਾਮ ਦੀ ਮਹਾਨਤਾ ਹੈ। ਇਸ ਤੇ ਲਹੈ ਸ੍ਰੀਏ ਸੁਖ ਧਾਮ, ਇਹ ਸਿਮਰਨ ਦੇ ਨਾਲ ਭਾਈ ਮੁਕਤੀ ਦੀ ਪ੍ਰਾਪਤੀ, ਕਲਿਆਣਤਾ ਤੇ ਸੁੱਖਾਂ ਦਾ ਘਰ ਮਿਲ ਜਾਂਦਾ ਹੈ। ਬਿਨਾ ਨਾਮ ਤੇ ਨਹਿ ਛੁਟਕਾਰਾ, ਨਾਮ ਸਿਮਰਨ ਤੋਂ ਬਿਨਾ ਮਹਾਰਾਜ ਕਹਿੰਦੇ ਛੁਟਕਾਰਾ ਨਹੀਂ ਹੁੰਦਾ ਹੈ। ਅਪਰ ਕਰਮ ਤੇ ਵਧੈ ਹੰਕਾਰਾ, ਬਾਕੀ ਹੋਰ ਜਿਹੜੇ ਕਰਮ ਕਰਦੇ ਆ, ਜੇ ਸਿਮਰਨ ਨਹੀਂ ਹੈ ਤਾਂ ਉਹ ਕਰਮ ਕਰਦਿਆਂ ਹੰਕਾਰ ਵੱਧ ਜਾਂਦਾ ਹੈ। ਨਮਰ ਹੋਣ ਸਿਮਰਨ ਹਰ ਨਾਮ, ਨਿਮਰਤਾ ਨੀਵਾਂ ਹੋਣ ਵਾਸਤੇ ਹਰੀ ਨਾਮ ਦਾ ਜੋ ਸਿਮਰਨ ਹੈ ਇਹ ਹੋਣਾ ਚਾਹੀਦਾ ਹੈ। ਹਰੀ ਨਾਮ ਦਾ ਸਿਮਰਨ ਇਹ ਨਿਮਰਤਾ ਵਿੱਚ ਲਿਆਉਂਦਾ ਹੈ। ਲਹੈ ਅੰਤ ਕੋ ਸੁਖ ਬਿਸਰਾਮ, ਤੇ ਅੰਤ ਨੂੰ ਭਾਈ ਸੁੱਖਾਂ ਦੇ ਵਿੱਚ ਵਿਸ਼ਰਾਮ ਲੈ ਲੈਂਦਾ ਹੈ। ਅੰਤਰ ਇਤੋ ਜਾਨ ਮਨ ਮਾਹੇ, ਇਹ ਭਾਈ ਭਾਨੂੰ ਤੂੰ ਆਪਣੇ ਮਨ ਵਿੱਚ ਵੱਡਾ ਅੰਤਰ ਜਾਣ ਲੈ। ਸੋ ਹੰਤਾ ਜੂਤ ਇਸ ਮਹਿ ਨਾਹੀ, ਸੋ ਹੰਤਾ ਜੂ ਇਸ ਮਹਿ, ਇਹ ਕਹਿੰਦੇ ਭਾਈ ਜਿਹੜੀ ਹੰਗਤਾ ਹੈ ਉਹ ਸਿਮਰਨ ਦੇ ਵਿੱਚ ਨਹੀਂ ਹੈ। ਭਾਨੂੰ ਭਾਈ ਸੁਨ ਸੁਖ ਪਾਇਓ, ਭਾਈ ਭਾਨੂੰ ਜੀ ਨੇ ਸੁਣਿਆ ਤੇ ਸੁਖ ਆਨੰਦ ਪਾਇਆ ਹੈ। ਗੁਰ ਕੋ ਕਹਿਬੋ ਹਿਰਦੇ ਬਸਾਇਓ, ਤੇ ਸਤਿਗੁਰੂ ਦੇ ਕਹੇ ਹੋਏ ਨੂੰ ਭਾਈ ਭਾਨੂੰ ਜੀ ਨੇ ਹਿਰਦੇ ਵਿੱਚ ਵਸਾ ਲਿਆ ਹੈ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ, ਇੱਥੇ ਤੱਕ ਜੋ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਖਸ਼ਟਮ ਮਹੱਲੇ 6ਵੇਂ ਮਹੱਲੇ ਜੀ ਜੋ ਕਥਾ ਹੈ, ਨਵ ਧੁਨਨ ਔ ਭਾਈ ਭਾਨੂੰ ਪ੍ਰਸੰਗ ਵਰਣਨ, 9 ਧੁਨਾਂ ਦਾ ਤੇ ਭਾਈ ਭਾਨੂੰ ਜੀ ਦਾ ਪ੍ਰਸੰਗ ਵਰਣਨ ਕੀਤਾ ਹੈ। ਨਾਮ ਅਸ਼ਟਦਸਮੋ ਮੰਦਰ ਹੈ, 18ਵੇਂ ਘਰ ਦਾ ਇਹ ਪ੍ਰਸੰਗ ਸੀ। ਦੋਹਰਾ
ਅੱਗੇ 19ਵੇਂ ਘਰ ਦਾ ਪ੍ਰਸੰਗ ਦੱਸਦੇ ਹਨ। ਭਾਗ ਭਰੀ ਦੇਜ ਸਿੱਖ ਤ੍ਰਿਆ, ਰਹਿ ਸੁਪੁਰ ਕਸ਼ਮੀਰ। ਇੱਕ ਮਾਈ ਭਾਗ ਭਰੀ ਦੇਜ ਸਿੱਖ ਤ੍ਰਿਆ, ਬ੍ਰਾਹਮਣ ਜਿਹੜੀ ਹੈ ਉਹ ਕੋਈ ਪਰਿਵਾਰ ਸੀ ਤੇ ਉਸ ਸਿੱਖ ਦੀ ਇਹ ਇਸਤਰੀ ਹੈ। ਰਹਿ ਸੁਪੁਰ ਕਸ਼ਮੀਰ, ਜਿਹੜੀ ਕਸ਼ਮੀਰ ਦੇ ਵਿੱਚ ਰਹਿੰਦੀ ਸੀ। ਇੱਕ ਪੁੱਤਰਾ ਤਨ ਬ੍ਰਿਧ ਅਧਿਕ, ਸੁਨ ਮਹਿਮਾ ਗੁਰ ਧੀਰ। ਇਹਨੇ ਸਿੱਖੀ ਧਾਰਨ ਕੀਤੀ, ਹੌਲੀ ਹੌਲੀ ਉਮਰ ਵੱਡੀ ਹੋ ਗਈ। ਇੱਕ ਇਹਦੇ ਪੁੱਤਰ ਸੀ ਤੇ ਸਰੀਰ ਬਹੁਤ ਬਿਰਧ ਹੋ ਗਿਆ। ਗੁਰੂ ਪਾਤਸ਼ਾਹ ਮਹਾਰਾਜ ਧੀਰਜ ਸਤਿਗੁਰੂ ਦੀ ਮਹਿਮਾ ਇਹਨੇ ਸਰਵਣ ਕੀਤੀ। ਭਾਵ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਸਮੇਂ ਤੋਂ ਸਿੱਖ ਬਣ ਗਏ। 6ਵੇਂ ਪਾਤਸ਼ਾਹ ਦੇ ਸਮੇਂ ਦਰਸ਼ਨ ਨਾ ਕਰ ਹੋਏ, ਇੰਨੀ ਬਿਰਧ ਹੋ ਗਈ ਸੀ। ਤੇ ਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੀ ਇਹ ਮਹਿਮਾ ਸੁਣਦੀ ਹੈ। ਚੌਪਈ ਦਰਸ਼ਨ ਚਾਹੇ ਅਦਕ ਮਨ ਭਈ, ਇਹਦੇ ਮਨ ਵਿੱਚ ਬਹੁਤ ਜ਼ਿਆਦਾ ਦਰਸ਼ਨਾਂ ਦੀ ਚਾਹਨਾ ਹੋਈ। ਪਰ ਗੁਰ ਢਿਗ ਆ ਸਕੈ ਸੋ ਨਈ, ਪਰ ਇਹ ਗੁਰੂ ਮਹਾਰਾਜ ਦੇ ਕੋਲ ਨਾ ਆ ਸਕੀ। ਬ੍ਰਿਧ ਸਰੀਰ ਮਗ ਵੱਡੋ ਪਹਾਰਾ, ਕਿਉਂਕਿ ਬਿਰਧ ਸਰੀਰ ਸੀ, ਰਸਤਾ ਵੀ ਲੰਮਾ, ਉਹ ਵੀ ਪਹਾੜੀ ਸੀ। ਬ੍ਰਿਧਾ ਮਾਈ ਚਹਿ ਦਰਸ ਉਦਾਰਾ, ਇਹ ਬਿਰਧ ਮਾਈ ਜਿਹੜੀ ਹੈ ਮਹਾਰਾਜ ਦਾ ਉਦਾਰ ਮਹਾਨ ਦਰਸ਼ਨ ਚਾਹੁੰਦੀ ਹੈ। ਪੁੱਤਰ ਨਾਮ ਜਿਸ ਸੇਵਾ ਦਾਸ, ਇਹਦੇ ਪੁੱਤਰ ਦਾ ਨਾਮ ਜੋ ਹੈ ਉਹ ਭਾਈ ਸੇਵਾ ਦਾਸ ਹੈ। ਤਿਸ ਤੇ ਸੁਨਹਿ ਕਥਾ ਗੁਰ ਰਾਸ, ਭਾਈ ਸੇਵਾ ਦਾਸ ਜੀ ਤੋਂ ਇਹ ਗੁਰੂ ਮਹਾਰਾਜ ਜੀ ਦੀ ਸਾਰੀ ਕਥਾ ਸੁਣਦੀ। ਉਹਨੇ ਆ ਕੇ ਗੁਰੂ ਸਾਹਿਬ ਦੀ ਮਹਿਮਾ ਸੁਣਾਉਣੀ। ਸ੍ਰੀ ਨਾਨਕ ਆਦਿਕ ਗੁਰ ਭਏ, ਕਿ ਦੇਖੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਵੀ ਜੋ ਸਤਿਗੁਰੂ ਹੋਏ। ਦੇਖ ਪ੍ਰੇਮ ਸਿੱਖਨ ਕੇ ਗਏ, ਮਾਤਾ ਤੂੰ ਮਹਾਰਾਜ ਨੂੰ ਚੇਤੇ ਕਰ ਆ ਜਾਣਗੇ। ਪਹਿਲੇ ਗੁਰੂ ਵੀ ਸਿੱਖਾਂ ਦਾ ਪ੍ਰੇਮ ਵੇਖ ਕੇ ਉਹਨਾਂ ਨੂੰ ਦਰਸ਼ਨ ਦੇਣ ਗਏ। ਸੁਨੀਅਤ ਇਹ ਸ਼ਾਹਦੀ ਸਾਰੇ, ਤਾਂ ਸੁਣਦੀ ਹੈ ਕਿ ਇਸ ਤਰ੍ਹਾਂ ਸ਼ਾਹਦੀ ਕਹੀਏ ਗਵਾਹੀ, ਭਾਵੇਂ ਹੈ ਜਦੋਂ ਕੋਈ ਪ੍ਰਮਾਣ ਦਿੱਤਾ ਉਹ ਗਵਾਹੀਆਂ ਸਭ ਸੁਣਦੀ ਹੈ। ਆਦ ਸੰਗਲਾ ਦੀਪ ਸਿਧਾਰੇ, ਕਿ ਮਹਾਰਾਜ ਗੁਰੂ ਨਾਨਕ ਦੇਵ ਜੀ ਦੇਖੋ ਸੰਗਲਾ ਦੀਪ ਰਾਜਾ ਚੇਤੇ ਕਰਦਾ ਸੀ ਤੇ ਉੱਥੇ ਹੀ ਸਤਿਗੁਰਾਂ ਨੇ ਜਾ ਕੇ ਦਰਸ਼ਨ ਦਿੱਤੇ। ਭਾਗ ਭਰੀ ਕਹਿ ਤਿਨ ਕੇ ਰੂਪ, ਮਾਈ ਭਾਗ ਭਰੀ ਕਹਿੰਦੀ ਹੈ ਕਿ ਜੋ ਗੁਰੂ ਹਰਗੋਬਿੰਦ ਸਾਹਿਬ ਹੈ ਇਹ ਵੀ ਤਾਂ ਗੁਰੂ ਨਾਨਕ ਦੇਵ ਮਹਾਰਾਜ ਦੇ ਸਰੂਪ ਹਨ। ਛਠਮ ਗੁਰੂ ਜਿਨ ਸਿਫਤ ਅਨੂਪ, ਜੋ 6ਵੇਂ ਗੁਰੂ ਹੈ ਜਿਨ੍ਹਾਂ ਦੀ ਅਨੂਪਮ ਸਿਫਤ ਮਹਿਮਾ ਹੈ। ਮੋਰ ਪ੍ਰੇਮ ਕੋ ਜਾਣੈ ਸੁਆਮੀ, ਉਹ ਮਾਲਕ ਮੇਰੇ ਪ੍ਰੇਮ ਨੂੰ ਜਾਣ ਕਰਕੇ ਦੈ ਹੈ ਦਰਸ਼ਨ ਅੰਤਰ ਜਾਮੀ, ਅੰਤਰਜਾਮੀ ਸਤਿਗੁਰੂ ਮੈਨੂੰ ਦਰਸ਼ਨ ਦੇਣਗੇ। ਪੁਨ ਮਾਈ ਆਸ ਕੀਨ ਉਪਾਏ, ਫਿਰ ਇਹ ਮਾਤਾ ਨੇ ਇਸ ਤਰ੍ਹਾਂ ਦਾ ਉਪਾਅ ਯਤਨ ਕੀਤਾ ਹੈ। ਸੁੰਦਰ ਤੂਲ ਸੋਲੀਨ ਕਤਾਏ, ਤੂਲ ਨਾਮ ਰੂੰ ਦਾ, ਸੋਹਣੀ ਸੁੰਦਰ ਰੂੰ ਲਈ ਤੇ ਉਸ ਨੂੰ ਕੱਤਿਆ। ਬੁਨਵਾਇਓ ਇੱਕ ਰੇਜਾ ਭਾਰੀ, ਤੇ ਇੱਕ ਭਾਰੀ ਰੇਜਾ ਵੱਡਾ ਭਾਵਰੇਜ ਵਸਤਰ ਉਹ ਬਣਵਾਇਆ ਹੈ। ਜਾਮਾ ਬਨਵਾਇਓ ਸੁਖਕਾਰੀ, ਜੋ ਕਿ ਚੋਲਾ ਸੁਖਦਾਇਕ ਸਤਿਗੁਰੂ ਵਾਸਤੇ ਬਣਵਾਇਆ। ਆਵੇ ਗੁਰ ਜਬ ਭੇਟ ਚੜਾਵੋ, ਜਦੋਂ ਮਹਾਰਾਜ ਆਉਣਗੇ ਏਡਾ ਵਿਸ਼ਵਾਸ ਵੱਜ ਗਿਆ ਕਿ ਮਹਾਰਾਜ ਆਉਣਗੇ ਹੀ, ਜਦੋਂ ਮੈਂ ਯਾਦ ਕਰਦੀ ਹਾਂ ਜਦੋਂ ਆਉਣਗੇ ਤੇ ਆ ਭੇਟਾ ਚੜਾਵਾਂਗੀ। ਬੇਨਤੀ ਕਰ ਗੁਰ ਕੇ ਘਰ ਪਾਵ, ਤੇ ਬੇਨਤੀ ਕਰਕੇ ਗੁਰੂ ਸਾਹਿਬ ਦੇ ਗਲ ਵਿੱਚ ਚੋਲਾ ਪਾਵਾਂਗੀ।
ਨਿਜ ਗ੍ਰਹਿ ਮਹਿ ਇੱਕ ਥੜਾ ਬਨਾਇਓ। ਆਪਣੇ ਘਰ ਦੇ ਵਿੱਚ ਫਿਰ ਸਮਾਈ ਨੇ ਇੱਕ ਥੜਾ ਬਣਾ ਲਿਆ ਭਾਗ ਭਰੀ ਨੇ। ਚੌਂਕੀ ਪਰ ਜਾਮਾ ਸੋ ਰਖਾਇਓ। ਉਹਦੇ ਤੇ ਗੁਰਮੁਖੋ ਚੌਂਕੀ ਰੱਖੀ ਤੇ ਚੌਂਕੀ ਦੇ ਉੱਤੇ ਉਹ ਜਾਮਾ ਮਹਾਰਾਜ ਵਾਸਤੇ ਜਿਹੜਾ ਚੋਲਾ ਭੇਟ ਕਰਨਾ ਉਹ ਰੱਖਿਆ ਹੈ। ਦੋਨੋਂ ਸਮੇਂ ਪੂਜ ਕੋ ਕਰੈ। ਤੇ ਦੋਵੇਂ ਸਮੇਂ ਉਸ ਦੀ ਪੂਜਾ ਕਰਦੀ, ਉਹਨੂੰ ਨਮਸਕਾਰ ਕਰਿਆ ਕਰੇ ਕਿ ਮਹਾਰਾਜ ਦਾ ਚੋਲਾ ਹੈ। ਇੰਨੀ ਵਿਸ਼ਵਾਸ ਹੋ ਗਿਆ ਕਿ ਸਤਿਗੁਰੂ ਦੀ ਨਿਸ਼ਾਨੀ ਹੈ। ਇਹ ਗੁਰਮੁਖੋ ਹਜੇ ਮਹਾਰਾਜ ਨੂੰ ਭੇਟ ਵੀ ਨਹੀਂ ਸੀ ਹੋਇਆ, ਪਰ ਅੰਤਰੀਵ ਤੋਂ ਤਾਂ ਭੇਟ ਕਰ ਚੁੱਕੀ ਹੈ ਨਾ ਮਹਾਰਾਜ ਦੀ ਨਿਸ਼ਾਨੀ ਨੂੰ। ਤੇ ਅੱਜ ਕੱਲ ਜਿਵੇਂ ਹੁਣ ਬਹੁਤ ਤਰਕ ਜਿਹਾ ਹੋਇਆ ਹੈ, ਇਹ ਗੱਲਾਂ ਨਾਲ ਕਰਨੀਆਂ ਪੈਂਦੀਆਂ। ਪੁਰਾਤਨ ਸਮੇਂ ਅੱਜ ਕੱਲ ਸ਼ਰਧਾ ਖਤਮ ਹੋ ਗਈ। ਧਰਮ ਦੇ ਵਿੱਚ ਸ਼ਰਧਾ ਪ੍ਰਮੁੱਖ ਹੈ। ਤਰਕ ਨੂੰ ਕੀ ਹੈ, ਜਿੰਨਾ ਮਰਜ਼ੀ ਕਰ ਲੋ। ਗੁਰਮੁਖੋ ਅੱਜ ਗੁਰੂ ਮਹਾਰਾਜ ਦੀਆਂ ਜੋ ਨਿਸ਼ਾਨੀ ਹੈ ਉਹਨਾਂ ਗੱਲਾਂ ਤੇ ਵੀ ਬਹੁਤ ਤਰਕ ਹੋਈ ਜਾਂਦਾ ਹੈ। ਕੋਈ ਮਹਾਰਾਜ ਦੇ ਜੋੜਿਆਂ ਤੇ ਤਰਕ ਕਰੀ ਜਾਂਦਾ, ਕੋਈ ਕਿਸੇ ਵਸਤੂ ਤੇ ਵੀ ਇਹਨੂੰ ਕਿਉਂ ਨਮਸਕਾਰ ਕਰਦੇ, ਇਹਨੂੰ ਕਿਉਂ ਕਰਦੇ ਹੋ। ਜੋ ਸਤਿਗੁਰੂ ਦੀ ਨਿਸ਼ਾਨੀ ਹੈ ਨਾ, ਉਹ ਗੁਰਮੁਖੋ ਜਿਹੜੀ ਗੁਰੂ ਪਾਤਸ਼ਾਹ ਮਹਾਰਾਜ ਦੀ ਨਿਸ਼ਾਨੀਆਂ ਨੇ ਉਹਨਾਂ ਦੀਆਂ ਯਾਦਾਂ ਉਹ ਸਤਿਕਾਰਯੋਗ ਹੈ, ਪੂਜਣਯੋਗ ਹਨ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਉਸ ਚੋਲੇ ਨੂੰ ਜਿਹੜਾ ਅਜੇ ਭੇਟ ਕਰਨਾ, ਪਰ ਮਨ ਕਰਕੇ ਉਹ ਭੇਟਾ ਦੇ ਚੁੱਕੀ ਹੈ ਉਸਨੂੰ, ਤੇ ਗੁਰੂ ਨਿਸ਼ਾਨੀ ਜਾਣ ਕੇ ਪੂਜਦੀ ਹੈ। ਸ੍ਰੀ ਗੁਰ ਮੁਖ ਤੇ ਰਰੈ। ਤੇ ਵਾਹਿਗੁਰੂ ਵਾਹਿਗੁਰੂ ਮੁਖ ਤੋਂ ਪੜ੍ਹਦੀ ਹੈ। ਕਹੈ ਕਿ ਹੇ ਗੁਰ ਅੰਤਰ ਜਾਮੀ। ਕਹਿੰਦੀ ਹੇ ਸਤਿਗੁਰੂ ਅੰਤਰ ਜਾਮੀ, ਦੇਹੋ ਦਰਸ ਇਛ ਪੂਰ ਸੁਆਮੀ। ਹੇ ਮਾਲਕ ਜੀ, ਮੈਨੂੰ ਦਰਸ਼ਨ ਦਿਓ, ਮੇਰੀ ਇੱਛਾ ਪੂਰੀ ਕਰੋ। ਮੈਂ ਕੋ ਝੀਲ ਇਸਤਰੀ ਕੋ ਜਾਮਾ। ਇਹ ਉਹਦੀ ਭਾਵਨਾ ਸੀ। ਗੁਰੂ ਘਰ ਦੇ ਵਿੱਚ ਤਾਂ ਇਹ ਬਚਨ ਹੈ, ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਪਰ ਉਹਦੇ ਮਨ ਵਿੱਚ ਐਸਾ ਖਿਆਲ ਵੀ ਮੈਂ ਤਾਂ ਕੁਚੀਲ ਹਾਂ, ਇਸਤਰੀ ਜਾਮਾ ਹੈ ਮੇਰਾ। ਤਉ ਆਸ ਲੱਗੀ ਨਿਤ ਨਾਮਾ। ਇਸ ਤਰ੍ਹਾਂ ਮੇਰੀ ਆਸ ਜਿਹੜੀ ਹੈ ਨਾਮ ਦੇ ਨਾਲ ਹਮੇਸ਼ਾ ਫਿਰ ਵੀ ਲੱਗ ਗਈ। ਸੁਤ ਜੁਤ ਭਾਗ ਭਰੀ ਦ્વੈ ਸਮੈ। ਪੁੱਤਰ ਸਮੇਤ ਮਾਈ ਭਾਗ ਭਰੀ ਦੋਵੇਂ ਸਮੇਂ। ਸ੍ਰੀ ਗੁਰ ਹਰਿ ਗੋਬਿੰਦ ਕੋ ਨਮੈ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਸ ਥੜੇ ਦੇ ਉੱਤੇ ਜੋ ਚੌਂਕੀ ਹੈ ਉੱਤੇ ਚੋਲਾ ਰੱਖਿਆ ਹੈ। ਮਹਾਰਾਜ ਨੂੰ ਇਹ ਜਾਣਦੀ ਹੈ ਕਿ ਮਹਾਰਾਜ ਇੱਥੇ ਹਾਜ਼ਰ ਨਾਜ਼ਰ ਹੈ, ਨਮਸਕਾਰਾਂ ਕਰਦੀ ਹੈ। ਸੁਨ ਨਰ ਅਪਰ ਕਰੈ ਉਪਹਾਸ। ਤਰਕਾਂ ਵਾਲੇ ਉਦੋਂ ਵੀ ਹੁੰਦੇ ਸੀ, ਲੋਕ ਸੁਣ ਕੇ ਉਹਦੇ ਤੇ ਹੱਸਦੇ ਹਨ, ਮਖੌਲ ਕਰਦੇ ਨੇ। ਤਬ ਜਨਨੀ ਹੇ ਸੇਵਾ ਦਾਸ। ਤੇ ਸੇਵਾ ਦਾਸ ਨੂੰ, ਇਹਦੇ ਪੁੱਤਰ ਨੂੰ ਕਹਿੰਦੇ ਹੋ ਸੇਵਾ ਦਾਸ ਆ, ਤੇਰੀ ਮਾਂ ਕੀ ਕਰਦੀ ਹੈ। ਬਸਤਰ ਬੁਣਾਏ ਇਹਾਂ ਹੀ ਰਾਖਾ। ਚੋਲਾ ਬਣਾ ਲਿਆ ਤੇ ਇੱਥੇ ਹੀ ਰੱਖੀ ਬੈਠੀ ਹੈ। ਪੁਰ ਆਵਹਿ ਗੁਰ ਧਾਰੇ ਅਬਲਾਖਾ। ਤੇ ਇਹ ਅਭਿਲਾਸ਼ਾ ਰੱਖੀ ਬੈਠੀ ਹੈ ਮਹਾਰਾਜ ਇਹਦੇ ਘਰ ਆਉਣਗੇ। ਦੱਸ ਤੁਹਾਡੇ ਕਿਵੇਂ ਆ ਜਾਣਗੇ ਗੁਰੂ ਸਾਹਿਬ ਜੀ। ਤੁਸੀਂ ਨਾ ਸੁਨੇਹਾ ਦਿੱਤਾ ਹੈ ਨਾ ਕੁਛ ਹੋਰ ਹੈ। ਚੋਲਾ ਦੇਣਾ ਉੱਥੇ ਜਾਓ, ਇੱਥੇ ਰੱਖ ਕੇ ਪੂਜਾ ਕਰੀ ਜਾਂਦੇ ਹੋ, ਮਹਾਰਾਜ ਕਿਵੇਂ ਆ ਜਾਣਗੇ। ਸੋ ਕਿਮ ਆਵਨ ਤਿਨ ਕੋ ਹੋਏ। ਭਲਾ ਦੱਸੋ ਮਹਾਰਾਜ ਦਾ ਇੱਧਰ ਆਉਣਾ ਕਿਵੇਂ ਹੋ ਸਕਦਾ ਤੁਹਾਡੇ ਘਰ। ਸੈਨਾ ਘਨੀ ਸੰਗ ਮਹਿ ਜੋਏ। ਜਿਨ੍ਹਾਂ ਦੇ ਨਾਲ ਤਾਂ ਹੁਣ ਬਹੁਤ ਵੱਡੀ ਫੌਜ ਹੁੰਦੀ ਹੈ। ਦੁਰਗਮ ਮਾਰਗ ਆਵਨ ਕੇਰਾ। ਫਿਰ ਜਿਹੜਾ ਰਸਤਾ ਹੈ ਉਹ ਬੜਾ ਆਉਣ ਵਾਲਾ ਕਠਿਨ ਹੈ। ਅਹਿ ਦੂਰ ਕੁਛ ਨਾਹਿਨ ਨੇਰਾ। ਪਹਾੜੀ ਰਸਤਾ ਉਹ ਵੀ ਦੂਰ ਹੈ। ਮਹਾਰਾਜ ਕਿੱਥੇ ਸ੍ਰੀ ਅੰਮ੍ਰਿਤਸਰ ਬੈਠੇ ਆ, ਕਿਹੜਾ ਨੇੜੇ ਬੈਠੇ ਹਨ। ਇੱਕ ਸ੍ਰੀ ਨਾਨਕ ਵਿਚਰੇ ਸਾਰੇ। ਇਹ ਤਾਂ ਇੱਕ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੋ ਸਾਰੀ ਜਗ੍ਹਾ ਵਿਚਰੇ ਹਨ। ਅਪਰ ਗੁਰੂ ਰਹਿ ਦੇਸ਼ ਮਝਾਰੇ। ਬਾਕੀ ਗੁਰੂ ਦੇਖੋ ਉਸ ਦੇਸ਼ ਮਾਲਵੇ ਮਾਝੇ ਇਹਨਾਂ ਇਲਾਕਿਆਂ ਵਿੱਚ ਹੀ, ਖਾਸ ਕਰਕੇ ਮਾਝੇ ਦੇਸ਼ ਵਿੱਚ ਹੀ ਰਹੇ ਹਨ।
ਨਹਿ ਵਿਚਰਤ ਪਰਦੇਸਨ ਮਾਹੀ। ਉਹਨਾਂ ਨੇ ਪ੍ਰਦੇਸ਼ਾਂ ਵਿੱਚ, ਹੋਰ ਇਲਾਕਿਆਂ ਵਿੱਚ ਨਹੀਂ ਮਹਾਰਾਜ ਵਿਚਰੇ। ਸੰਗਤ ਸਕਲ ਤਹਾਂ ਚਲ ਜਾਹੀ। ਉਹਨਾਂ ਕੋਲੇ ਤਾਂ ਜਿੰਨੀਆਂ ਸੰਗਤਾਂ ਸਾਰੀਆਂ ਉੱਥੇ ਹੀ ਚੱਲ ਕੇ ਜਾਂਦੀਆਂ ਹਨ। ਤਬ ਜਨਨੀ ਜੋ ਬਸਤਰ ਬੁਨਾਇਓ। ਤੇਰੀ ਮਾਤਾ ਨੇ ਇਹ ਸੇਵਾਦਾਸ ਜਿਹੜਾ ਇਹ ਚੋਲਾ ਬਣਾਇਆ ਹੈ, ਸੋ ਤਿਸ ਹੀ ਥਲ ਦੇਹੁ ਪੁਚਾਇਓ। ਜੇ ਤੁਸੀਂ ਦੇਣਾ ਹੀ ਹੈ ਮਹਾਰਾਜ ਨੂੰ ਤਾਂ ਫਿਰ ਉਸ ਜਗ੍ਹਾ ਤੇ ਦੇ ਕੇ ਪਹੁੰਚਦਾ ਕਰਦੇ। ਸੇਵਾ ਦਾਸ ਮਾਤ ਸਮਝਾਈ। ਤੇ ਉਹਨਾਂ ਦੀਆਂ ਤਰਕਾਂ ਵਿੱਚ ਆ ਕੇ ਭਾਈ ਸੇਵਾਦਾਸ ਵੀ ਆਪਣੀ ਮਾਤਾ ਨੂੰ ਸਮਝਾਉਂਦਾ ਹੈ। ਹੱਠ ਛੋਰੋ ਦੇਹੋ ਤਹਿ ਪਹੁੰਚਾਈ। ਕਹਿੰਦਾ ਮਾਤਾ ਤੂੰ ਬੁੱਢੀ ਹੋ ਗਈ ਆ, ਕੋਈ ਪਤਾ ਨਹੀਂ ਹੁਣ ਕਿੱਦੇ ਪ੍ਰਾਣ ਨਿਕਲ ਜਾਣੇ, ਹੱਠ ਛੱਡ ਦੇ, ਚੋਲਾ ਦੇਣਾ ਹੀ ਆਪਾਂ ਉੱਥੇ ਹੀ ਪਹੁੰਚਦਾ ਕਰ ਦਿੰਦੇ ਹਾਂ। ਭਾਗ ਭਰੀ ਸੁਣ ਕੈ ਸੁਤ ਬੈਨ। ਮਾਈ ਭਾਗ ਭਰੀ ਪੁੱਤਰ ਦੇ ਬੋਲ ਸੁਣ ਕਰਕੇ, ਪਰਮ ਪ੍ਰੇਮ ਜੁਗ ਛੋਰਤ ਨੈਣ। ਤਾਂ ਭਾਈ ਬਹੁਤ ਪ੍ਰੇਮ ਧਾਰ ਕੇ ਦੋਵਾਂ ਨੇਤਰਾਂ ਤੋਂ ਜਲ ਛੱਡਦੀ ਹੈ, ਭਾਵ ਅੱਖਾਂ ਵਿੱਚੋਂ ਅਥਰੂ ਆਉਂਦੇ ਹਨ। ਸੁਨਹੁ ਪੁੱਤਰ ਮਮ ਬੈਸ ਬਿਹਾਈ। ਐ ਪੁੱਤਰ ਸੁਣ ਮੇਰੀ ਉਮਰ ਬੀਤ ਗਈ, ਗੁਰ ਦਰਸ਼ਨ ਇੱਛ ਹੋਇ ਅਧਿਕਾਈ। ਪਰ ਗੁਰੂ ਮਹਾਰਾਜ ਦੇ ਦਰਸ਼ਨ ਦੀ ਬਹੁਤ ਜ਼ਿਆਦਾ ਇੱਛਾ ਹੈ। ਮਰਨ ਪ੍ਰਯੰਤ ਆਸ ਮੈਂ ਕਰੂੰ। ਇਹ ਮਰਨ ਤੋਂ ਪ੍ਰਯੰਤ ਮੈਂ ਇਹ ਆਸਾ ਕਰਦੀ ਹਾਂ। ਨਿਸ ਬਾਸਰ ਸਿਮਰਨ ਮਨ ਧਰੋਂ। ਇਹ ਦਿਨ ਰਾਤ ਮੈਂ ਮਨ ਦੇ ਵਿੱਚ ਸਿਮਰਨ ਕਰਦੀ ਹਾਂ। ਮਿਲਹਿ ਅਵਸ ਮੋਹਿ ਵਿਸਵਾਸਾ। ਮੇਰਾ ਵਿਸ਼ਵਾਸ ਹੈ ਕਿ ਮੈਨੂੰ ਮਹਾਰਾਜ ਅਵਸ਼ ਮਿਲਣਗੇ। ਜੀਵਤ ਮੈਂ ਨਹਿ ਤਿਆਗੋਂ ਆਸਾ। ਜਿੰਨਾ ਸਮਾਂ ਪੁੱਤਰ ਮੈਂ ਜਿਉਂਦੀ ਹਾਂ ਮੈਂ ਆਸ ਨਹੀਂ ਛੱਡਾਂਗੀ। ਨਾਹੇ ਤਾਂ ਮਰ ਕੇ ਮਿਲ ਹੋ ਜਾਏ। ਨਹੀਂ ਤਾਂ ਫਿਰ ਮਰਨ ਤੋਂ ਬਾਅਦ ਮਰ ਕੇ ਮਹਾਰਾਜ ਦੇ ਚਰਨਾਂ 'ਚ ਸੱਚਖੰਡ ਜਾਵਾਂਗੀ। ਮੈਂ ਨਾ ਪ੍ਰਤੱਗਿਆ ਤਜੂ ਕਦਾਈ। ਇਸ ਕਰਕੇ ਮੈਂ ਇਹ ਪ੍ਰਤੱਗਿਆ ਕਦੇ ਵੀ ਵਿਸ਼ਵਾਸ ਪ੍ਰਤੱਗਿਆ ਪਰਨ ਨਹੀਂ ਛੱਡਾਂਗੀ। ਦੋਹਰਾ ਸ੍ਰੀ ਗੁਰ ਹਰਿ ਗੋਬਿੰਦ ਜੀ, ਜਾਨੀ ਸਭ ਮਨ ਮਾਹੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਸਾਰੇ ਮਨ ਦੀ ਜਾਣੀ ਹੈ। ਇਹ ਕਿੱਡਾ ਵਿਸ਼ਵਾਸ ਹੈ, ਜਾ ਕੇ ਮਨ ਸਾਚਾ ਵਿਸ਼ਵਾਸ। ਜਿਨ੍ਹਾਂ ਦੇ ਮਨ ਵਿੱਚ ਗੁਰਮੁਖੋ ਵਿਸ਼ਵਾਸ ਹੈ, ਭਰੋਸਾ ਹੈ, ਤੇ ਮਹਾਰਾਜ ਕਿਰਪਾ ਕਰਦੇ ਨੇ, ਆਪਣੇ ਪ੍ਰੇਮ ਵਾਲਿਆਂ ਦੇ ਵਿਸ਼ਵਾਸ ਨੂੰ ਕਾਇਮ ਰੱਖਦੇ ਆ। ਕਿਵੇਂ ਕਾਇਮ ਰੱਖਿਆ ਇਹ ਹੁਣ ਆਪਾਂ ਇਤਿਹਾਸ ਜੋ ਹੈ 2 ਦਿਨ ਬਾਅਦ ਸਰਵਣ ਕਰਾਂਗੇ, ਕਿਉਂਕਿ ਕੱਲ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋ ਜਾਣੇ ਹਨ। ਜੋ 17 ਤਰੀਕ ਦੀ ਕੱਤਕ ਮਹੀਨੇ ਦੀ ਸੰਗਰਾਂਦ ਹੈ, ਤੇ ਸੰਗਰਾਂਦ ਵਾਲੇ ਦਿਨ ਆਪਾਂ ਇਹ ਇਤਿਹਾਸ ਸ਼ਾਮ ਨੂੰ ਸਰਵਣ ਕਰਾਂਗੇ। ਕਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਮਾਈ ਭਾਗ ਭਰੀ ਕਸ਼ਮੀਰ ਵਾਲੀ ਮਾਤਾ ਨੂੰ ਦਰਸ਼ਨ ਦਿੱਤੇ, ਨਿਹਾਲ ਕੀਤਾ। ਸਤਿਗੁਰੂ ਪਾਤਸ਼ਾਹ ਨੇ ਰਹਿਮਤਾਂ ਵਰਤਾਈਆਂ ਹਨ। ਆਓ ਹੁਣ ਟਾਈਮ ਹੋ ਗਿਆ ਹੈ ਸਮਾਪਤੀ ਦਾ। ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ। ਉਚਾਰਨ ਕਰੋ ਜੀ ਵਾਹਿਗੁਰੂ। ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ। ਜੋ ਸਰਧਾ ਕਰ ਸੇਵ ਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।